ਅਖੰਡ ਕੀਰਤਨ ਤਿਨ ਭੋਜਨ ਚੂਰਾ। ਸਾਡੇ ਗੁਰੂਆਂ ਦੀ ਬਖਸ਼ੀ ਹੈ ਦਾਤ। ਇਹ ਕੀਰਤਨ, ਇਹ ਅੰਮ੍ਰਿਤ ਬਾਣੀ, ਇਹ ਰੂਹਾਂ ਦੀ ਖੁਰਾਕ ਹੈ, ਇਹ ਰੂਹਾਂ ਦੀ ਗਜ਼ਾ ਹੈ। ਅਤੇ ਇਸੇ ਗੁਜ਼ਾ, ਇਸੇ ਖੁਰਾਕ ਨੂੰ ਪਰੋਸਦੇ ਇਸ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਵਿੱਚ ਮੈਂ ਨਿਮੀ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਅਤੇ ਆਓ ਫਿਰ ਮਿਲ ਕੇ ਫਤਿਹ ਪ੍ਰਵਾਨ ਕਰਨੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਅੱਜ ਦੇ ਐਪੀਸੋਡ ਦੇ ਵਿੱਚ ਸਾਨੂੰ ਪਤਾ ਚੱਲਣਗੇ ਰਿਜ਼ਲਟਸ। ਜੀ ਹਾਂ, ਅੱਜ ਦਾ ਐਪੀਸੋਡ ਹੈ ਰਿਜ਼ਲਟ ਐਪੀਸੋਡ। ਅੱਜ ਸਾਨੂੰ ਪਤਾ ਚੱਲੇਗਾ ਕਿ ਇਸ ਤੋਂ ਪਹਿਲਾਂ ਇੱਥੇ ਜੋ 2 ਐਪੀਸੋਡਸ ਹੋਏ, ਪਹਿਲਾ ਐਪੀਸੋਡ ਹੋਇਆ ਸਾਡੀ ਬੀਬੀਆਂ ਦੇ ਵਿਚਕਾਰ, ਸਾਡੀ ਭੈਣਾਂ ਦੇ ਵਿਚਕਾਰ ਸੈਮੀਫਾਈਨਲ ਦਾ ਪਹਿਲਾ ਐਪੀਸੋਡ। ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਆਨੰਦ ਮਾਣਿਆ ਸਾਡੇ ਵੀਰਾਂ ਦੇ ਵਿਚਕਾਰ ਹੋਏ ਮੁਕਾਬਲੇ ਦਾ। ਇਸ ਮੁਕਾਬਲੇ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਫੋਰਮੈਟ ਦੱਸਿਆ ਸੀ, ਇਹਨਾਂ ਕੰਟੈਸਟੈਂਟਸ ਦੇ ਵਿੱਚੋਂ ਹਰ ਐਪੀਸੋਡ ਦੇ ਵਿਚਕਾਰ ਇੱਕ ਕੰਟੈਸਟੈਂਟ ਬਾਹਰ ਹੁੰਦਾ ਜਾਏਗਾ। ਅਤੇ ਅੱਜ ਉਹ ਵੇਲਾ ਆ ਗਿਆ ਜਦ ਸਾਨੂੰ ਸਾਡੇ ਮਾਨਯੋਗ ਜੱਜਸ ਸਾਨੂੰ ਇਹ ਦੱਸਣਗੇ ਕਿ ਇਹਨਾਂ ਵਿੱਚੋਂ, ਇਹਨਾਂ ਬੀਬੀਆਂ ਦੇ ਵਿੱਚੋਂ ਕਿਹੜੀ ਇੱਕ ਕੰਟੈਸਟੈਂਟ ਮੁਕਾਬਲੇ ਤੋਂ ਬਾਹਰ ਹੋਵੇਗੀ ਅਤੇ ਸਿੰਘ ਵੀਰਾਂ ਦੇ ਵਿੱਚੋਂ ਉਹ ਕੌਣ ਇੱਕ ਹੋਣਗੇ ਜੋ ਅੱਜ ਤੋਂ ਸਾਡੇ ਨਾਲ ਅੱਗੇ ਨਹੀਂ ਤੁਰਨਗੇ। ਅਤੇ ਆਓ ਫਿਰ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਤਾਰੁਕ ਕਰਾ ਦਿੰਦੀ ਹਾਂ, ਮੁਲਾਕਾਤ ਕਰਵਾ ਦਿੰਦੀ ਹਾਂ ਸਾਡੇ ਮਾਨਯੋਗ ਜੱਜਸ ਦੇ ਨਾਲ। ਸਭ ਤੋਂ ਪਹਿਲਾਂ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅਤੇ ਨਾਲੇ ਬੈਠੇ ਨੇ ਮਹਾਨ ਸੰਗੀਤਕਾਰ KS ਨਰੂਲਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਇੱਥੇ। ਅਤੇ ਨਾਲੇ ਸਵਾਗਤ ਕਰਦੀ ਹਾਂ ਸਾਡੇ ਇੰਨੇ ਪਿਆਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸੈਮੀਫਾਈਨਲ ਦੇ ਵਿੱਚ ਆ ਕੇ ਇੰਨਾ ਅੱਛਾ ਰਸ ਬੰਨਿਆ, ਇੰਨਾ ਅੱਛਾ ਸਮਾਂ ਬੰਨਿਆ ਕਿ ਅਸੀਂ ਲੀਨ ਹੋ ਗਏ ਸੀ ਇਸ ਕੀਰਤਨ ਦੇ ਵਿੱਚ। ਮੁਕਾਬਲਾ ਇਸ ਕਰਕੇ ਹੈ ਕਿਉਂਕਿ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੌਜਵਾਨ ਕੀਰਤਨੀਆਂ ਦੇ ਵਿੱਚੋਂ ਇੱਕ ਬਿਹਤਰੀਨ ਕੀਰਤਨੀਆ ਲੱਭ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਖੜਾ ਕਰ ਸਕੀਏ। ਮੈਂ ਕਹਿਣਾ ਚਾਹਾਂਗੀ ਇਹ ਇੱਕ ਕੋਸ਼ਿਸ਼ ਹੈ ਮੁਕਾਬਲੇ ਦੇ ਵਿੱਚ, ਭਾਵੇਂ ਵਿਨਰ 1 ਜਾਂ 2 ਹੋਣ, ਲੇਕਿਨ ਇਹ ਕੋਸ਼ਿਸ਼ ਹੈ ਕਿ ਨੌਜਵਾਨ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੀ। ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਇਹ ਖਜ਼ਾਨਾ ਕਿੰਨਾ ਭਰਪੂਰ ਹੈ। ਆਉਣ ਵਾਲੀ ਪੀੜ੍ਹੀ, ਇਹ ਜੋ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਾਤ ਹੈ, ਕੀਰਤਨ ਦੀ ਦਾਤ ਹੈ, ਆਉਣ ਵਾਲੀ ਪੀੜ੍ਹੀ ਕਿੰਨੇ ਪਿਆਰ ਨਾਲ ਇਹਨੂੰ ਸੰਜੋ ਕੇ ਰੱਖਣਾ ਚਾਹੁੰਦੀ। ਅਸੀਂ ਤਾਂ ਬਸ ਇਹੀ ਦੇਖਣਾ ਚਾਹੁੰਦੇ ਹਾਂ। ਮੁਕਾਬਲਾ ਤਾਂ ਇੱਕ ਜ਼ਰੀਆ ਹੈ ਕਿ ਇਹਨਾਂ ਪਿਆਰੇ ਕੀਰਤਨੀਆਂ ਦੇ ਵਿੱਚੋਂ ਬਹੁਤ ਪਿਆਰੇ ਕੀਰਤਨੀਆਂ ਨੂੰ ਤੁਹਾਡੇ ਸਾਹਮਣੇ ਲਿਆਈਏ। ਅਤੇ ਆਓ ਫਿਰ ਵੇਖਦੇ ਹਾਂ ਸੈਮੀਫਾਈਨਲ ਮੁਕਾਬਲੇ ਦੇ ਜੋ ਪਹਿਲੇ 2 ਐਪੀਸੋਡਸ ਹੋਏ ਨੇ, ਇਹਨਾਂ ਵਿੱਚੋਂ ਕਿਹੜੇ ਕੀਰਤਨੀਆਂ ਨੇ ਚੰਗਾ ਗਾਇਆ ਅਤੇ ਕਿਹੜੇ ਨੇ ਥੋੜ੍ਹੀ ਬਹੁਤ। ਕਿਉਂਕਿ ਮੈਂ ਬਾਰ-ਬਾਰ ਇਹੀ ਕਹਿ ਰਹੀ ਹਾਂ ਕਿ ਇਹ ਮੁਕਾਬਲਾ ਕੀਰਤਨ ਜਾਂ ਸ਼ਬਦ ਦਾ ਤਾਂ ਨਹੀਂ ਹੈ, ਮੁਕਾਬਲਾ ਹੈਗਾ ਇਹਨਾਂ ਦੀ ਗਾਇਨ ਸ਼ਮਤਾ ਦਾ, ਸੁਰ ਤਾਲ ਦਾ। ਅਤੇ ਵੇਖਦੇ ਹਾਂ ਕਿਹਨਾਂ ਨੇ ਚੰਗਾ ਗਾਇਆ, ਕਿਹਨਾਂ ਨੇ ਥੋੜ੍ਹਾ ਜਿਹਾ ਮਾੜਾ ਗਾਇਆ, ਜਾਂ ਜਦ ਇਹਨਾਂ ਨੇ ਗਾਇਆ ਅਤੇ ਦਿਨ ਇਹਨਾਂ ਦੇ ਨਾਲ ਨਹੀਂ ਸੀ। ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗੀ ਇੱਥੇ ਹਰਬੀਰ ਕੌਰ ਜੀ ਨੂੰ, ਜੋ ਸਾਡੀ ਬੀਬੀਆਂ ਦੇ ਮੁਕਾਬਲੇ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਆ ਕੇ ਪਰਫੋਰਮ ਕਰਕੇ ਗਏ ਸਨ। ਹਰਬੀਰ ਕੌਰ ਜੀ ਲੁਧਿਆਣੇ ਤੋਂ ਇੱਥੇ ਆਏ ਸੀ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਫਤਿਹ ਪ੍ਰਵਾਨ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਜੱਜਿਸ ਕੋਲੋਂ ਪੁੱਛੀਏ ਕਿ ਤੁਹਾਡੀ ਪਰਫੋਰਮੈਂਸ ਕਿੱਦਾਂ ਦੀ ਰਹੀ ਸੈਮੀਫਾਈਨਲਸ ਦੇ, ਕਿਉਂਕਿ ਪਰਖ ਕਰਨੀ ਹੈ ਸਾਡੇ ਜੱਜਿਸ ਨੇ, ਇਹਨਾਂ ਨੇ ਇੱਕ ਸਟੈਂਡਰਡਸ ਕੁਛ ਨਾ ਕੁਛ ਫਿਕਸ ਕੀਤਾ ਹੋਇਆ ਹੈ ਕਿ ਕਿਹੜੇ ਬੇਸਿਸ 'ਤੇ ਇਸ ਮੁਕਾਬਲੇ ਦੇ ਵਿੱਚ ਸਾਡੀ ਪਰਖ ਹੋਏਗੀ। ਇਸ ਤੋਂ ਪਹਿਲਾਂ ਅਸੀਂ ਉਹਨਾਂ ਕੋਲੋਂ ਪੁੱਛੀਏ, ਇੱਕ ਨਜ਼ਰ ਵੇਖਦੇ ਹਾਂ ਤੁਹਾਡੀ ਪਰਫੋਰਮੈਂਸ। ਜੇ ਤੂੰ ਮਿੱਤਰ ਅਸਾੜੜਾ ਇੱਕ ਪੋਰੀ ਨਾ ਵਿਛੋੜ। ਬੜੀ ਭਾਵਨਾ ਦੇ ਨਾਲ ਗਾਇਆ ਤੁਸੀਂ। ਆਓ ਫਿਰ ਅਸੀਂ ਜੱਜਿਸ ਕੋਲੋਂ ਪੁੱਛਦੇ ਹਾਂ ਕਿ ਜੱਜਿਸ ਨੂੰ ਤੁਹਾਡੀ ਪਰਫੋਰਮੈਂਸ ਕਿੱਦਾਂ ਦੀ ਲੱਗੀ। ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਕੋਲੋਂ। ਨਿਮੀ ਜੀ, ਹਰਵੀਰ ਕੌਰ ਤੇ ਬੜੀ ਕਿਰਪਾ ਹੈ, ਬਹੁਤ ਅੱਛਾ ਗਲਾ ਹੈ, ਬੜੀ ਸਤਿਗੁਰਾਂ ਦੀ ਕਿਰਪਾ ਹੈ। ਪਰ ਪਤਾ ਨਹੀਂ ਕਿਉਂ ਅੰਤਰੇ ਵਿੱਚ ਸੁਰ ਕੁਝ ਫਿੱਕੇ ਲੱਗ ਰਹੇ ਸਨ। ਇਹਨਾਂ ਨੂੰ ਆਪ ਵੀ ਮਹਿਸੂਸ ਹੋਇਆ ਹੋਵੇਗਾ। ਹਾਂਜੀ, ਅੱਜ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਅੰਤਰੇ ਸੰਗੀਤ ਹੈ ਕਦੀ ਕਦਾਈ ਇਹ ਬੱਸ 'ਚ ਨਹੀਂ ਰਹਿੰਦੀ ਗੱਲ, ਅਸੀਂ ਇਹ ਕਹਿ ਸਕਦੇ ਹਾਂ। ਮੈਂ ਇਹਨਾਂ ਨੂੰ ਸਵਾਲ ਕੀਤਾ ਸੀ, ਉਹ ਜਵਾਬ ਵੀ ਇਹਨਾਂ ਨੇ ਬਹੁਤ ਅੱਛਾ ਦਿੱਤਾ। ਹਾਂਜੀ, ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਸੰਗੀਤ ਵਿੱਚ ਅਕਸਰ ਇਸ ਤਰੀਕੇ ਨਾਲ ਹੋ ਜਾਂਦਾ, ਕਈ ਵਾਰੀ ਜਿਹੜਾ ਬਹੁਤ ਅੱਛਾ ਗਾਉਂਦਾ ਹੈ ਅਤੇ ਉਹ ਸਦਾ ਨਹੀਂ ਕਿ ਉਹ ਅੱਛੇ ਗਾਵੇ। ਆਮ ਇੱਕ ਗੱਲ ਬਣੀ ਹੈ, ਰਾਗ ਰਸੋਈ ਪਾਗੜੀ ਕभी ਕभी ਬਣ ਜਾਏ ਜੀ। ਸੋ ਇਹਨਾਂ ਦੇ ਥੋੜ੍ਹਾ ਜਿਹਾ ਸਵਰ ਦਾ ਇੱਧਰ ਉੱਧਰ ਹੋਇਆ ਸੀ, ਹੋ ਜਾਂਦਾ ਹੈ। ਅਤੇ ਜ਼ਰੂਰੀ ਨਹੀਂ ਕਿ ਸਦਾ ਇਸ ਤਰ੍ਹਾਂ ਹੋਵੇ, ਕਦੀ ਅੱਛਾ ਵੀ ਗਾ ਸਕਦੇ ਨੇ, ਪਰ ਇਹਨਾਂ ਕੋਲ ਅਸੀਂ ਆਸ ਰੱਖਦੇ ਹਾਂ ਅੱਛਾ ਗਾਉਣਗੇ। ਮੈਂ ਜਨਾਬ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ। ਇਹ ਇਸ ਤਰ੍ਹਾਂ ਹੀ ਹੈ ਕਿ ਸੰਗੀਤ ਦੇ ਵਿੱਚ ਜਦੋਂ ਕੋਈ ਸਾਹਮਣੇ ਬੈਠਾ ਹੋਵੇ ਨਾ, ਅਤੇ ਜਿਹੜੇ ਥੋੜ੍ਹੇ ਜਿਹੇ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਘਬਰਾ ਜਾਂਦੇ ਨੇ। ਨਰਵਸਨੈਸ ਹੋ ਜਾਂਦੀ। ਬਿਲਕੁਲ ਠੀਕ ਗਾਉਂਦੇ ਨੇ,
ਲੇਕਿਨ ਉਹਦੇ ਵਿੱਚ ਆਪਣੇ ਆਪ ਹੀ ਉਹਨਾਂ ਕੋਲ ਕਮੀਆਂ ਹੋ ਜਾਂਦੀਆਂ ਨੇ, ਕਿਉਂਕਿ ਉਹ ਸਾਹਮਣੇ ਦੇਖਦੇ ਸਾਡੇ ਸਾਹਮਣੇ ਕੌਣ ਬੈਠਾ ਹੈ। ਜਦ ਇੰਨੀ ਵੱਡੀਆਂ ਹਸਤੀਆਂ ਬੈਠੀਆਂ ਹੋਣ ਤੇ ਵੱਡੀ ਗੱਲ ਇਹੀ ਹੁੰਦੀ ਹੈ, ਹੋਰ ਕੁਝ ਨਹੀਂ। ਬਹੁਤ ਅੱਛਾ ਗਾਇਆ, ਲੇਕਿਨ ਜਿੱਥੇ ਜਿੱਥੇ ਥੋੜੀ ਜਿਹੀ ਅਗਰ ਗਲਤੀ ਕੀਤੀ ਹੈ ਤੇ ਠੀਕ ਹੈ, ਹੁਣ ਨਹੀਂ ਤੇ ਦੂਜੇ ਵਿੱਚ ਆ ਜਾਏਗਾ, ਅੱਗੋਂ ਠੀਕ ਹੋ ਜਾਏਗਾ। ਆਲ ਦ ਬੈਸਟ ਟੂ ਯੂ ਜੀ, ਤੁਸੀਂ ਆਪਣਾ ਸਥਾਨ ਗ੍ਰਹਿਣ ਕਰੋ। ਹਰਬੀਰ ਕੌਰ ਜੀ ਤੋਂ ਬਾਅਦ ਇੱਥੇ ਸਾਡੀ ਅਗਲੀ ਕੰਟੈਸਟੈਂਟ ਜੋ ਆਏ, ਜਿਨ੍ਹਾਂ ਨੇ ਇੱਥੇ ਆ ਕੇ ਚੰਗਾ ਸਮਾਂ ਬੰਦਿਆ, ਪ੍ਰਭਜੋਤ ਕੌਰ ਜੀ, ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹਾਂਗੀ। ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਫਤਿਹ ਪ੍ਰਵਾਨ ਕਰਨੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਕ ਵਾਰ ਫਿਰ ਤੋਂ ਛੇਤੀ ਨਾਲ ਵੇਖਦੇ ਹਾਂ, ਤੁਹਾਨੂੰ ਵੀ ਵਿਖਾਉਂਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਪਰਫਾਰਮ ਕੀਤਾ। ਰੱਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਨਿਰਗੁਣ ਸਭ ਗੁਣ ਤੇਰੇ। ਪ੍ਰਭਜੋਤ ਜੀ, ਬਹੁਤ ਚੰਗਾ ਤੁਸੀਂ ਗਾਇਆ, ਬਹੁਤ ਚੰਗਾ ਸਮਾਂ ਬੰਦਿਆ। ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੇ ਆਪ ਨੂੰ, ਆਪਣੀ ਪਰਫਾਰਮੈਂਸ? ਅੱਛੀ ਲੱਗੀ। ਅੱਛੀ ਲੱਗੀ? ਹਾਂਜੀ। ਤੁਹਾਨੂੰ ਲੱਗਦਾ ਤੁਸੀਂ ਪੂਰਾ ਜਸਟਿਸ ਕੀਤਾ ਸੀਗਾ, ਕੋਈ ਕਮੀ ਨਹੀਂ ਛੱਡੀ? ਉਹ ਤੇ ਜਜਸ ਦੱਸ। ਸੋਰੀ ਸਾਹਿਬ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ। ਇਹਨਾਂ ਨੇ ਸਾਨੂੰ ਸ਼ਬਦ ਸਰਵਣ ਕਰਵਾਇਆ, ਜਿਵੇਂ ਆਪਾਂ ਸਰਵਣ ਕੀਤਾ, ਰਾਖ ਪਿਤਾ ਪ੍ਰਭ ਮੇਰੇ। ਬੜੀ ਪਿਆਰੀ ਬੰਦਸ਼ ਸੀ ਜੀ ਬਹੁਤ ਹੀ ਅੱਛਾ, ਬੜਾ ਹੀ ਆਨੰਦ ਬੰਨਿਆ। ਜੀ ਇੰਨਾ ਆਨੰਦ ਬੰਨਿਆ, ਪਰ ਜਿਹੜੀਆਂ ਦੋ ਚਾਰ ਥੋੜੀਆਂ ਕਮੀਆਂ ਰਹਿ ਗਈਆਂ ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ। ਮੈਂ ਸਵਾਲ ਕੀਤਾ ਸੀ, ਇਹਨਾਂ ਨੇ ਜਵਾਬ ਵੀ ਬਹੁਤ ਅੱਛਾ ਦਿੱਤਾ। ਕੁੱਲ ਮਿਲਾ ਕੇ ਠੀਕ ਕਹਿ ਸਕਦੇ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ, ਪ੍ਰਭਜੋਤ ਕੌਰ ਜੀ ਦੇ ਬਾਰੇ ਕਿਸ ਤਰ੍ਹਾਂ ਦਾ ਲੱਗਿਆ ਇਹਨਾਂ ਦਾ? ਬੱਚੀ ਦੀ ਬੜੀ ਮੰਜੀ ਹੋਈ ਆਵਾਜ਼ ਹੈ, ਰਿਆਜ਼ੀ ਆਵਾਜ਼ ਹੈ, ਔਰ ਇਹ ਮਿਹਨਤ ਕਰਦੇ ਨੇ। ਇਹਨਾਂ ਦੀ ਕੰਪੋਜੀਸ਼ਨ ਵੀ ਇੱਕ ਵਿਲੱਖਣਤਾ ਪੇਸ਼ ਕਰਦੀ ਸੀ, ਔਰ ਮੈਨੂੰ ਤੇ ਬੜਾ ਅੱਛਾ ਲੱਗਾ ਕਿ ਇਹਦੇ ਕੋਲੋਂ ਬੜੀਆਂ ਆਸਾਂ ਨੇ ਸਾਨੂੰ ਕਿ ਭਵਿੱਖ ਵਿੱਚ ਇੱਕ ਚੰਗੀ ਕੀਰਤਨੀਆ ਬਣ ਕੇ ਉੱਭਰੇਗੀ। ਕੀ ਬਾਤ ਹੈ। ਜਨਾਬ KS ਨਰੂਲਾ ਜੀ, ਇਹਨੂੰ ਅਸੀਂ ਪਹਿਲਾਂ ਹੀ ਵੇਖ ਕੇ ਨੰਬਰ ਦੇ ਦਿੱਤੇ ਨੇ। ਉਹ ਕਹਿਣ ਦੀ ਕੋਈ ਗੱਲ ਹੀ ਨਹੀਂ ਹੈ ਕਿ ਅਸੀਂ ਇਹਨੂੰ ਕਿਹਾ ਬਹੁਤ ਅੱਛਾ ਗਾਇਆ। ਬਹੁਤ ਅੱਛਾ ਗਾਉਣ ਦਾ ਮਤਲਬ ਇਹ ਹੈ ਕਿ ਵਾਕਈ ਅੱਛਾ ਗਾਇਆ, ਔਰ ਅਗਰ ਕੋਸ਼ਿਸ਼ ਕਰੇ ਹੋਰ ਅੱਗੇ ਤੇ ਬਹੁਤ ਅੱਛੀ ਕਲਾਕਾਰ ਬਣ ਸਕਦੀ ਹੈ। ਆਲ ਦ ਬੈਸਟ ਟੂ ਯੂ ਜੀ। ਪ੍ਰਭਜੋਤ ਕੌਰ ਜੀ ਨੇ ਇੱਥੇ ਆ ਕੇ ਚੰਗਾ ਸਮਾਂ ਬੰਦਿਆ। ਇਹਨਾਂ ਦੀ ਪਰਫਾਰਮੈਂਸ ਦੇ ਬਾਰੇ ਸਾਡੇ ਜੱਜਸ ਦੇ ਕਮੈਂਟਸ ਅਸੀਂ ਜਾਣ ਚੁੱਕੇ ਹਾਂ। ਪ੍ਰਭਜੋਤ ਕੌਰ ਤੋਂ ਬਾਅਦ ਇੱਥੇ ਇੱਕ ਹੋਰ ਸਾਡੀ ਬੜੀ ਪਿਆਰੀ ਜੀ ਭੈਣ ਇੱਥੇ ਆਏ, ਕੁਲਜੀਤ ਕੌਰ ਜੀ। ਆਓ ਉਹਨਾਂ ਨੂੰ ਇੱਕ ਵਾਰ ਫਿਰ ਇੱਥੇ ਬੁਲਾਉਂਦੇ ਹਾਂ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਫਤਿਹ ਪ੍ਰਵਾਨ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਜੀਤ ਕੌਰ ਜੀ, ਛੇਤੀ ਨਾਲ ਤੁਹਾਨੂੰ ਤੁਹਾਡੀ ਪਰਫਾਰਮੈਂਸ ਵਿਖਾ ਦਈਏ। ਉੱਥੇ ਵੇਖੋ। ਆਈ ਰੇ ਰਾਮ ਕੋ ਚਿਤਰਾ, ਆਈ ਰੇ ਰਾਮ ਕੋ ਚਿਤਰਾ। ਕੁਲਜੀਤ ਕੌਰ ਜੀ, ਐਸੀ ਤੁਹਾਡੀ ਪਰਫਾਰਮੈਂਸ ਜੋ ਤੁਸੀਂ ਸੈਮੀਫਾਈਨਲ ਦੇ ਵਿੱਚ ਸਾਰਿਆਂ ਨੂੰ ਇੱਕ ਮੌਕਾ ਮਿਲਿਆ ਸੀ, ਇਹ ਤੁਸੀਂ ਪਰਫਾਰਮ ਕੀਤਾ। ਤੁਹਾਡੀ ਇਸ ਪਰਫਾਰਮੈਂਸ ਤੇ ਸਾਡੀ ਜੱਜਸ ਦੀ ਕੀ ਰਾਏ ਹੈ, ਉਹਨਾਂ ਕੋਲੋਂ ਪੁੱਛਦੇ ਹਾਂ। ਸਭ ਤੋਂ ਪਹਿਲਾਂ ਸੋਢੀ ਸਾਹਿਬ ਕੋਲੋਂ। ਤੁਸੀਂ ਜਦੋਂ ਸ਼ੁਰੂ ਕੀਤਾ ਤੁਹਾਡੇ ਕੋਲੋਂ ਆਕਾਰ ਨਹੀਂ ਬਣਿਆ, ਸਰੂਪ ਨਹੀਂ ਬਣਿਆ। ਹਾਂਜੀ ਤੇ ਸ਼ੁਰੂਆਤ ਵਿੱਚ ਸੁਰ ਫਿੱਕੇ ਵੀ ਲੱਗੇ, ਹਾਂਜੀ ਤੁਸੀਂ ਮਹਿਸੂਸ ਕੀਤਾ ਹੋਵੇਗਾ। ਜਵਾਬ ਜੋ ਇੱਕ ਸਵਾਲ ਮੈਂ ਕੀਤਾ ਸੀ, ਜਵਾਬ ਇਹਨਾਂ ਨੇ ਠੀਕ ਦਿੱਤਾ। ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ। ਥੋੜਾ ਵਜਦ ਨਾਲ ਗਾਉਣਾ ਸ਼ੁਰੂ ਕਰੇ ਔਰ ਆਤਮ ਵਿਸ਼ਵਾਸ ਨਾਲ, ਤੇ ਇਸ ਦੇ ਕੀਰਤਨ ਵਿੱਚ ਜ਼ਿਆਦਾ ਨਿਖਾਰ ਆ ਸਕਦਾ ਹੈ। ਗੱਲ ਇੱਕੋ ਹੀ ਹੈ, ਉਹੀ ਕਿ ਜਦੋਂ ਸ਼ੁਰੂ ਕੀਤਾ ਉਦੋਂ ਸਾਈ ਵਿੱਚ ਵੀ ਬੇਸੁਰੀ ਹੋਈ ਹੈ, ਅੱਗੇ ਅੰਤਰੇ ਵਿੱਚ ਵੀ ਬੇਸੁਰੀ ਹੋਈ ਹੈ, ਹਲਕਾ ਗਾਇਆ ਇਸ ਨੂੰ। ਉਹ ਇਹ ਚੀਜ਼ ਅਸੀਂ ਇਸ ਕਰਕੇ ਇਹਦੇ ਵਿੱਚ ਨੰਬਰ ਕੱਟਦੇ ਹਾਂ ਜ਼ਰੂਰ। ਜੀ तो अगो कोशिश करे कि अगो अच्छा गाए। तो यही कोशिश है ਤੁਹਾਡੀ। ਚਲੋ ਰਿਜ਼ਲਟ ਪਤਾ ਚੱਲੇਗਾ, ਲੇਕਿਨ ਆਲ ਦ ਬੈਸਟ ਟੂ ਯੂ। ਆਪਣਾ ਸਥਾਨ ਗ੍ਰਹਿਣ ਕਰੋ ਜੀ। ਇਹਨਾਂ ਤੋਂ ਬਾਅਦ ਇੱਥੇ ਆਈ ਸਾਡੀ ਅਗਲੀ ਕੰਟੈਸਟੈਂਟ ਜਸਲੀਨ ਕੌਰ ਜੀ। ਮੈਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹਾਂਗੀ। ਫਤਿਹ ਪ੍ਰਵਾਨ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਸਵਾਗਤ ਹੈ। ਚਲੋ ਵੇਖਦੇ ਹਾਂ ਤੁਸੀਂ ਕਿਸ ਤਰ੍ਹਾਂ ਪਰਫਾਰਮ ਕੀਤਾ। रसना राम को जस गाओ, रसना राम को जस गाओ। ਓਕੇ, ਸੋ ਦਿਸ ਵਾਸ ਯੋਰ ਪਰਫਾਰਮੈਂਸ। ਤੁਸੀਂ ਪਰਫਾਰਮ ਕੀਤਾ, ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੇ ਆਪ ਨੂੰ ਪਰਫਾਰਮੈਂਸ? ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜਿੰਨਾ ਵੀ ਰਿਆਜ਼ ਕੀਤਾ ਜਾਏ ਥੋੜ੍ਹਾ ਹੈ,
ਤੇ ਰਿਆਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਅੱਗੋਂ ਮੈਂ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਪੁੱਛਣਾ ਚਾਹਾਂਗੀ ਸੋਢੀ ਸਾਹਿਬ ਕੋਲੋਂ। ਜਸਲੀਨ ਕੌਰ ਜੀ, ਤੁਸੀਂ ਸੁਰੀਲੇ ਇੰਨੇ ਹੋ, ਕਿਹਾ ਨਹੀਂ ਜਾ ਸਕਦਾ। ਬਹੁਤ ਸੁਰ ਤੁਹਾਡੀ ਮਿੱਠੀ ਹੈ। ਜਿੰਨੀ ਅੱਜ ਸਾਨੂੰ ਤੁਹਾਡੇ ਤੇ ਉਮੀਦ ਸੀ ਨਾ, ਤੁਸੀਂ ਉਹ ਕਰ ਨਹੀਂ ਸਕੇ। ਤੁਰਾਂ ਕੁਝ ਫਿੱਕੀਆਂ ਵੀ ਲੱਗੀਆਂ, ਪਰ ਜਿਹੜੀ ਗੱਲ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਸੀ ਵੀ ਤੁਸੀਂ ਬਹੁਤ ਅੱਛਾ ਗਾਉਣਾ, ਉਹ ਨਹੀਂ ਤੁਹਾਡੇ ਕੋਲੋਂ ਹੋਇਆ। ਮੈਨੂੰ ਇੰਜ ਮਹਿਸੂਸ ਹੋਇਆ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਕੋਲੋਂ ਪੁੱਛਣਾ ਚਾਹਾਂਗੇ। ਸੋਢੀ ਸਾਹਿਬ ਠੀਕ ਕਹਿ ਰਹੇ ਨੇ, ਲੇਕਿਨ ਮੈਂ ਤੇ ਇਹ ਜਸਲੀਨ ਬਾਰੇ ਜੋ ਪ੍ਰਭਾਵ ਰੱਖਦਾ ਹੈ ਉਹ ਹੈ ਵੀ ਸੁਰ ਦੇਵਤਾ ਹੈ, ਅਸੁਰ ਰਾਖਸ਼ਕ। ਸੁਰ ਦੀ ਬੜੀ ਪੱਕੀ ਹੈ, ਇਹ ਕੋਈ ਸ਼ੱਕ ਨਹੀਂ। ਤੇ ਮੈਂ ਇਹਦੇ ਤੋਂ ਉਮੀਦ ਰੱਖਦਾ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰੇਗੀ। ਇਹ ਬੜੀ ਅੱਛੀ ਕੁੜੀ ਹੈ ਔਰ ਇਹਨੇ ਅੱਗੇ ਵਧਣਾ ਅੱਜ। ਜੀ ਜਨਾਬ KS नरूला जी। आवाज़ बहुत अच्छी है जी। वैसे ਉਂਝ ਸੁਰ ਵਿੱਚ ਗਾਉਂਦੀ ਹੈ, ਅਗਰ ਗਾਏ ਤੇ ਬਹੁਤ ਕਾਮਯਾਬ ਆਰਟਿਸਟ ਔਰ ਕਲਾਕਾਰ ਕੀਰਤਨੀਆਂ ਬਣ ਸਕਦੇ। ਪਰ ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ ਕਿ ਹੋਰ ਤਾਂ ਬਹੁਤ ਉਪਰਾਲੇ ਕੀਤੇ ਗਏ ਜਿਨ ਗਾਇਕੀ ਦੀ ਇਸ ਲਾਈਨ ਦੇ ਵਿੱਚ, ਲੇਕਿਨ ਸਾਡੇ ਵਰਗੇ ਬੱਚੇ ਜਿਨ੍ਹਾਂ ਨੂੰ ਸ਼ੁਰੂ ਤੋਂ ਗੁਰਬਾਣੀ ਦਾ ਹੀ ਮਾਹੌਲ ਮਿਲਿਆ ਘਰ ਦੇ ਵਿੱਚ ਤੇ ਸਿੱਖਿਆ ਸੀ ਗੁਰਮਤਿ ਸੰਗੀਤ ਦੀ ਲੈ ਰਹੇ ਹਾਂ ਤੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ। ਇਹ ਬਹੁਤ ਵੱਡੀ ਦੇਣ ਹੈ MH1 ਸ਼ਰਧਾ ਚੈਨਲ ਦੀ, ਜਿਹਨੇ ਸਾਨੂੰ ਸਾਡੇ ਵਰਗੇ ਬੱਚਿਆਂ ਲਈ ਵੀ ਕੁਝ ਸੋਚਿਆ, ਕਿਉਂਕਿ ਸਾਡੇ ਘਰ ਦੇ ਹਰ ਕਿਸੇ ਦੇ ਘਰ ਦੀ ਮਰਿਆਦਾ ਹੁੰਦੀ ਹੈ ਜੀ। ਤੇ ਵੈਰੀ We are ਥੈਂਕਫੁਲ, ਵੈਰੀ 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 ਹੈਪੀ। ਐਂਡ ਵੀ ਆਰ ਥੈਂਕਫੁਲ ਟੂ ਯੂ ਆਲ। ਅਸੀਂ ਤੁਹਾਡੇ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਗੁਰਮਤਿ ਸੰਗੀਤ ਦੀ ਸਿੱਖਿਆ ਹਾਸਲ ਕਰਦੇ ਪਏ ਹੋ। ਕਮਾਨ ਸਾਡੇ ਜੋ ਨੌਜਵਾਨ ਪੀੜ੍ਹੀ ਹੈ ਸਹੀ ਜਾ ਰਹੀ ਹੈ ਤੇ ਭਾਵਨਾ ਦੇ ਵਿੱਚ ਕਮੀ ਨਹੀਂ ਹੈ। ਕੀ ਕਹਿਣਾ ਚਾਹੋਗੇ ਤੁਸੀਂ ਜੋ ਇਹਨਾਂ ਨੇ ਇੰਨੀ ਵੱਡੀ ਗੱਲ ਕਹੀ ਹੈ? ਬਹੁਤ ਵੱਡੀ ਗੱਲ ਕਹੀ, ਮੈਂ ਵੀ ਇਹਦੇ ਨਾਲ ਸਹਿਮਤ ਹਾਂ। MH1 ਚੈਨਲ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਅਸੀਂ ਇਹ ਕਹਿ ਸਕਦੇ ਹਾਂ ਵੀ ਪੰਜਾਬੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਇਹ ਪਹਿਲਾ ਉਪਰਾਲਾ ਹੈ। ਜੀ ਬਿਲਕੁਲ। ਕਿਸੇ ਨੇ ਵੀ ਇਹ ਉਪਰਾਲਾ ਨਹੀਂ ਕੀਤਾ ਵੀ ਜਿਹੜੇ ਬੱਚੇ ਕੀਰਤਨ ਕਰਦੇ ਨੇ ਉਹਨਾਂ ਨੂੰ ਵੀ ਅੱਗੇ ਲਿਆਇਆ ਜਾਏ। ਬਿਲਕੁਲ। ਇਹਨਾਂ ਨੇ ਬਹੁਤ ਅੱਛੀ ਗੱਲ ਆਖੀ। ਧੰਨਵਾਦ ਹੈ। Thank ਅਸੀਂ you ਵੀ ਇਹਨਾਂ ਦਾ। ਧੰਨਵਾਦ ਤੁਹਾਡੇ ਸਾਰਿਆਂ ਦਾ। ਮੈਂ MH1 ਦੀ ਤਰਫ ਤੋਂ, ਬਿਕੋਜ਼ ਆਈ ਰਿਪਰੈਜ਼ੈਂਟ ਦ ਚੈਨਲ, MH1 ਦੀ ਤਰਫ ਤੋਂ, ਮਿਸਟਰ ਬਾਟਲਾ ਦੀ ਤਰਫ ਤੋਂ, ਸਾਡੇ MH1 ਦੀ ਪੂਰੀ ਟੀਮ ਦੀ ਤਰਫ ਤੋਂ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ, ਕਿਉਂਕਿ ਤੁਸੀਂ ਜੇਕਰ ਇੱਥੇ ਨਾ ਹੁੰਦੇ, ਨੇ ਬੱਚਿਆਂ ਦੀ ਪਰਖ ਨਾ ਕਰ ਰਹੇ ਹੁੰਦੇ ਤੇ ਸਾਡੇ ਲਈ ਬੜਾ ਔਖਾ ਹੁੰਦਾ ਹੈ ਕੰਮ ਕਰਨਾ। ਇਹ ਜੋ ਉਪਰਾਲਾ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਐਂਡ ਆਲ ਦ ਬੈਸਟ ਟੂ ਯੂ। ਥੈਂਕ ਯੂ। ਇਹਨਾਂ ਤੋਂ ਬਾਅਦ ਸਾਡੀ ਅਗਲੀ ਭੈਣ ਇੱਥੇ ਆਈ। ਜੀ ਹਾਂ, ਉਹ ਦਿੱਲੀ ਤੋਂ ਸੀਗੇ, ਮਨਮੀਤ ਕੌਰ ਜੀ। ਬੁਲਾਣਾ ਚਾਹਾਂਗੀ ਇੱਕ ਵਾਰ ਫਿਰ ਮਨਮੀਤ ਕੌਰ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਫਤਿਹ ਪ੍ਰਵਾਨ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੌਕਾ ਮਿਲਿਆ ਸੀ ਤੁਸੀਂ ਉਹਦਾ ਫਾਇਦਾ ਕਿੰਨਾ ਕੁ ਚੁੱਕਿਆ ਇਹ ਦੱਸਣਗੇ ਸਾਡੇ ਜੱਜਸ, ਲੇਕਿਨ ਉਸ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਤੁਸੀਂ ਕਿਸ ਤਰ੍ਹਾਂ ਪਰਫਾਰਮ ਕੀਤਾ। ਹੈਵ ਅ ਲੁੱਕ। ਕਾਫੀ ਚੰਗਾ ਸਮਾਂ ਬੰਦਿਆ, ਤੁਸੀਂ ਚੰਗੀ ਪਰਫਾਰਮੈਂਸ ਦਿੱਤੀ ਸੀਗੀ ਮਨਮੀਤ। ਹਾਂਜੀ। ਐਂਡ ਯੂ ਆਰ ਵੈਲ ਪ੍ਰੀਪੇਅਰਡ ਫॉर दैट। ਚੰਗਾ ਰਿਆਜ਼ ਕੀਤਾ ਸੀਗਾ? ਰਿਆਜ਼ ਤੇ ਕੀਤਾ ਸੀ, ਬਟ ਅੱਜ ਕਹਿੰਦੇ ਨਾ ਦਿਨ ਚੰਗਾ ਨਹੀਂ ਹੁੰਦਾ, ਪਰ ਜ਼ਿਆਦਾ ਚੰਗਾ ਗਾਇਆ ਨਹੀਂ ਗਿਆ। ਤੁਹਾਨੂੰ ਲੱਗਦਾ ਥੋੜਾ ਚੰਗਾ ਨਹੀਂ ਪਰਫਾਰਮ ਕੀਤਾ ਪਹਿਲੇ ਦੇ ਮੁਤਾਬਿਕ? ਆਓ ਜੱਜਸ ਕੋਲੋਂ ਪੁੱਛਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ। ਭਾਈ ਸਾਹਿਬ ਭਾਈਦਵਿੰਦਰ ਸਿੰਘ ਸੋਢੀ ਜੀ। ਇਹ ਆਪਣੇ ਲਈ ਆਪ ਹੀ ਚੰਗੇ ਜੱਜ ਨੇ। ਜਿਵੇਂ ਇਹਨਾਂ ਨੇ ਦੱਸਿਆ ਵੀ ਅੱਜ ਇਹਨਾਂ ਕੋ ਚੰਗਾ ਨਹੀਂ ਗਾਇਆ, ਕੁਝ ਸੁਰਾਂ ਇਹਨਾਂ ਕੋਲੋਂ ਕੱਚੀਆਂ ਲੱਗੀਆਂ, ਸੁਰਾਂ ਕੁਝ ਕੱਚੀਆਂ ਲੱਗੀਆਂ ਤੇ ਜਿਹੜਾ ਮੈਂ ਇਹਨਾਂ ਨੂੰ ਸਵਾਲ ਪਾਇਆ ਸੀ ਉਹਦਾ ਜਵਾਬ ਇਹ ਚੰਗੀ ਤਰ੍ਹਾਂ ਨਹੀਂ ਨਿਭਾ ਸਕੇ। ਐਂਡ ਅਗਲੇ ਜੱਜ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਦੇ ਹਾਂ। ਹਾਂ, ਮੈਂ ਜਿਸ ਤਰੀਕੇ ਨਾਲ ਇਹਨਾਂ ਕੋਲ ਆਸ ਰੱਖਦਾ ਸਾਂ, ਅੱਜ ਉਸ ਤਰੀਕੇ ਨਾਲ ਨਹੀਂ ਇਹਨੇ ਗਾਇਨ ਕੀਤਾ, ਪਰ ਮੈਂ ਆਸ ਕਰਦਾ ਕਿ ਸਦਾ ਇਸ ਤਰ੍ਹਾਂ ਨਹੀਂ ਹੁੰਦਾ, ਅੱਛਾ ਵੀ ਗਾਇਨ ਹੋ ਸਕਦਾ ਹੈ। ਪਰ ਅੱਜ ਸਾਨੂੰ ਕੁਝ ਨਿਰਾਸ਼ ਕੀਤਾ ਹੈ ਤੇ ਜਿੰਨਾ ਕੋਈ ਕੰਮ ਕਰਦਾ ਅਸੀਂ ਚਾਹਾਂਗੇ ਕਿ ਉਹਦੇ ਨਾਲ ਅਸੀਂ ਇਨਸਾਫ ਕਰੀਏ, ਉਹਦੇ ਬਾਰੇ ਦੱਸੀਏ। ਸੋ ਇਹ ਕੋਸ਼ਿਸ਼ ਕਰੇ ਕੁੜੀ ਕਿ ਬਿਹਤਰ ਕੀਰਤਨ ਸ਼ੈਲੀ ਨੂੰ ਹੋਰ ਵੀ ਉਹਨੂੰ ਨਿਖਾਰ ਲਿਆਵੇ ਉਹਦੇ ਵਿੱਚ। ਮੈਂ ਪੁੱਛਣਾ ਚਾਹਾਂਗੀ ਜਨਾਬ KS ਨਰੂਲਾ ਜੀ ਕੋਲੋਂ। ਅਗਰ ਕੋਸ਼ਿਸ਼ ਕਰੇਗੀ ਅੱਗੇ ਹੁਣ ਆਏਗੀ ਤੇ ਅੱਗੇ ਪ੍ਰੈਕਟਿਸ ਕਰਕੇ ਆਵੇ ਤੇ ਆਵਾਜ਼ ਅੱਛੀ ਹੈ ਔਰ ਬਹੁਤ ਕਾਮਯਾਬ ਹੋ ਜਾਏਗੀ। ਦੇਖਦੇ ਹਾਂ ਕੀ ਹੋਏਗਾ ਰਿਜ਼ਲਟ ਦੇ ਵਿੱਚ। ਆਲ ਦ ਬੈਸਟ ਟੂ ਯੂ ਜੀ। ਮਨਮੀਤ ਕੌਰ ਜੀ ਤੋਂ ਬਾਅਦ ਸਾਡੀ ਅਗਲੀ ਕੰਟੈਸਟੈਂਟ ਜਿਨ੍ਹਾਂ ਨੇ ਇੱਥੇ ਆ ਕੇ ਚੰਗਾ ਸਮਾਂ ਬੰਦਿਆ, ਪੁਨੀਤ ਕੌਰ ਜੀ, ਜੋ ਕਿ ਇੱਥੇ ਆਏ ਸੀ ਲੁਧਿਆਣੇ ਤੋਂ। ਆਓ ਫਿਰ ਇੱਕ ਵਾਰ ਫਿਰ ਉਹਨਾਂ ਦੇ ਨਾਲ ਮੁਲਾਕਾਤ ਕਰਨੇ ਆ।
ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਕੋਲੋਂ ਪੁੱਛੀਏ ਤੁਹਾਡੀ ਪਰਫਾਰਮੈਂਸ ਦੇ ਬਾਰੇ ਜਾਂ ਜੱਜਸ ਕੋਲੋਂ ਪੁੱਛੀਏ, ਇੱਕ ਨਜ਼ਰ ਵੇਖਦੇ ਹਾਂ ਤੁਹਾਡੀ ਪਰਫਾਰਮੈਂਸ, ਠੀਕ ਹੈ? ਉੱਥੇ ਵੇਖੋ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਤੁਹਾਨੂੰ ਕੀ ਕਮੀ ਲੱਗੀ ਆਪਣੇ ਆਪ ਨੂੰ? ਮੈਂ ਥੋੜੀ ਨਰਵਸ ਸੀ, ਨਰਵਸ ਸੀਗੇ? ਮੈਨੂੰ ਆਪਣੇ ਆਪ ਨੂੰ ਲੱਗਿਆ। ਨਰਵਸ ਲੱਗੇ? ਹਾਂਜੀ। ਜੱਜਸ ਕੋਲੋਂ ਪੁੱਛਦੇ ਹਾਂ, ਜੱਜਸ ਨੂੰ ਨਰਵਸ ਲੱਗੇ ਜਾਂ ਨਹੀਂ ਲੱਗੇ? ਸੋਢੀ ਸਾਹਿਬ, ਇਹ ਨਰਵਸ ਸੀਗੇ? ਦੇਖੋ, ਸ਼ੁਰੂਆਤ ਇਹਨਾਂ ਦੀ ਬਹੁਤ ਅੱਛੀ ਸੀ। ਹਾਂ। ਜਦੋਂ ਇਹਨਾਂ ਨੇ ਸ਼ੁਰੂ ਕੀਤਾ ਬੜਾ ਹੀ ਪਿਆਰਾ ਅੰਦਾਜ਼ ਸੀ, ਰਸ ਆ ਰਿਹਾ ਸੀ। ਜਿਹੜੀ ਮੈਨੂੰ ਕਮੀ ਲੱਗੀ, ਜੋ ਮੈਨੂੰ ਮਹਿਸੂਸ ਹੋਇਆ ਜਦੋਂ ਅੰਤਰਾ ਤੇ ਅਸਥਾਈ ਤੇ ਜਾਂਦੇ ਸਨ, ਇੰਜ ਲੱਗਦਾ ਸੀ ਵੀ ਉਹਨਾਂ ਦਾ ਆਪਸ ਵਿੱਚ ਸੁਮੇਲ ਨਹੀਂ ਹੈਗਾ। ਮੈਨੂੰ ਇੰਜ ਮਹਿਸੂਸ ਹੋਇਆ। ਭਾਈ ਸਾਹਿਬ, ਭਾਈ ਨਿਰਮਲ ਸਿੰਘ ਖਾਲਸਾ ਜੀ ਦੱਸਣ। ਸੋ ਮੇਰਾ ਖਿਆਲ ਹੈ ਕਿ ਪਨੀਤ ਕੌਰ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਬਰਤਨ ਜੇ ਲਿਸ਼ਕਾਉਣ ਦੀ ਲੋੜ ਹੈ, ਬੜੇ ਉਹਨੂੰ ਹੋਰ ਮਾਂਜਣ ਦੀ ਲੋੜ ਔਰ ਹੈ। ਐਸੀ ਲਿਸ਼ਕ ਹੈ ਜਿੰਨਾ ਤੁਸੀਂ ਲਿਸ਼ਕਾਓਗੇ, ਜਿੰਨਾ ਰਿਆਜ਼ ਕਰੋਗੇ, ਹਾਂ, ਉਹਨਾਂ ਹਾਂ, ਲਿਸ਼ਕਦਾ ਉਹ ਜਾਏਗਾ, ਚਮਕਾ ਮਾਰੇਗਾ ਜੀ, ਉਹਨਾਂ ਹੀ ਬਰਤਨ ਤੇ ਚਮਕਾ ਹੋਰ ਅੱਛਾ ਮਾਰੇਗਾ। ਲੱਗੇਗਾ। ਬਿਲਕੁਲ ਜੀ। ਤੇ ਮੇਰੀ ਦੁਆ ਹੈ ਇਹ ਮਿਹਨਤ ਕਰੇ। ਜਨਾਬ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ। ਕੋਈ ਗੱਲ ਨਹੀਂ, ਅੱਗੋਂ ਪ੍ਰੈਕਟਿਸ ਕਰੋਗੇ ਤੇ ਆ ਜਾਓਗੇ। ਬਹੁਤ ਸੋਹਣਾ ਕੀਰਤਨ ਕਰੇਗੀ, ਇੰਨਾ ਅੱਛਾ ਆਵਾਜ਼ ਹੈ। ਆਲ ਦ ਬੈਸਟ ਟੂ ਯੂ ਜੀ। ਪੁਨੀਤ ਕੌਰ ਜੀ। ਪੁਨੀਤ ਕੌਰ ਜੀ ਤੋਂ ਬਾਅਦ ਇੱਥੇ ਇੱਕ ਬੜੀ ਪਿਆਰੀ ਜੀ ਬੱਚੀ ਆਈ। ਜੀ ਹਾਂ, ਮੈਂ ਬੱਚੀ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਉਹਨਾਂ ਨੇ ਕੁਆਟਰ ਫਾਈਨਲਸ ਦੇ ਵਿੱਚ ਇੱਥੇ ਆ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਖਾਸ ਤੌਰ ਤੇ ਸਾਡੇ ਤੀਸਰੇ ਜੱਜ ਜੋਏ ਜੀ, ਜੋ ਇਸ ਵੇਲੇ ਸਾਡੇ ਨਾਲ ਇੱਥੇ ਨਹੀਂ ਨੇ ਇਸ ਪ੍ਰੋਗਰਾਮ ਦੇ ਵਿੱਚ। ਛੋਟੀ ਜੀ ਬੱਚੀ ਦਿੱਲੀ ਤੋਂ ਹਰਮਨ ਕੌਰ ਜੀ, ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹਾਂਗੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਤੁਸੀਂ ਆਪਣੀ ਪਰਫਾਰਮੈਂਸ ਵੇਖਣਾ ਚਾਹੋਗੇ? ਹਾਂਜੀ। ਹੈਵ ਅ ਲੁੱਕ ਦੇयर। ਹਰਮਨ, ਤੁਸੀਂ ਇਹ ਪਰਫਾਰਮੈਂਸ ਦਿੱਤੀ ਸੀਗੀ ਸੈਮੀ ਫਾਈਨਲਸ ਦੇ ਵਿੱਚ। ਹਾਂਜੀ। ਤੁਸੀਂ ਖੁਸ਼ ਸੀਗੇ, ਹੈਪੀ ਸੀ ਆਪਣੀ ਪਰਫਾਰਮੈਂਸ ਤੋਂ? ਇੰਨੀ ਹੈਪੀ ਨਹੀਂ ਸੀ ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਮੈਂ ਨਹੀਂ ਖਰੀ ਨਹੀਂ ਉਤਰੀ। ਜੋ ਜੱਜਸ ਮੇਰੇ ਕੋਲੋਂ ਚਾਹੁੰਦੇ ਸੀ ਉਹ ਮੈਂ ਨਹੀਂ ਕਰ ਸਕੀ। ਅਸੀਂ ਜੱਜਸ ਕੋਲੋਂ ਪੁੱਛੀਏ? ਹਾਂਜੀ। ਓਕੇ, ਸਭ ਤੋਂ ਪਹਿਲਾਂ ਪੁੱਛਦੇ ਹਾਂ ਭਾਈ ਸਾਹਿਬ ਪਤਵਿੰਦਰ ਸਿੰਘ ਸੋਢੀ ਜੀ ਕੋਲੋਂ। ਹਰਮਨ ਕੌਰ ਬੜੀ ਪਿਆਰੀ ਬੱਚੀ ਹੈ। ਇੰਜ ਕਹਿ ਲਈਏ ਆਪਣੀ ਉਮਰ ਤੋਂ ਵਧੀਆ ਜ਼ਿਆਦਾ ਗਾਇਆ, ਪਰ ਹੁਣ ਕੰਪੀਟੀਸ਼ਨ ਹੈ, ਉੱਥੇ ਸਾਰੀਆਂ ਗੱਲਾਂ ਦੇਖੀਆਂ ਜਾਣੀਆਂ। ਆਕਾਰ ਇਹਨਾਂ ਨੇ ਬਣਾਇਆ ਉਹ ਅੱਛਾ ਨਹੀਂ ਬਣਿਆ। ਪਤਾ ਨਹੀਂ, ਮੈਨੂੰ ਇੰਜ ਮਹਿਸੂਸ ਹੁੰਦਾ ਸੀ, ਬਾਕੀ ਇਹਨਾਂ ਦੇ ਵੀ ਤੁਸੀਂ ਵਿਚਾਰ ਲੈ ਲੈਣਾ ਵੀ ਜਿਹੜੀ ਚਾਲ ਸੀ ਉਹ ਦਾਦਰੇ ਦੀ ਸੀ ਤੇ ਗਾਇਆ ਇਹਨਾਂ ਨੇ ਇੱਕ ਤਾਲ ਵਿੱਚ। ਮੈਨੂੰ ਇੰਜ ਮਹਿਸੂਸ ਹੁੰਦਾ, ਬਾਕੀ ਭਾਈ ਸਾਹਿਬ ਉਹਨਾਂ ਦਾ। ਬਿਲਕੁਲ, ਅਸੀਂ ਪੁੱਛਾਂਗੇ। ਸਾਡੇ ਕੋਲ ਕਲਾਸੀਕਲ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ, ਉਹਨਾਂ ਕੋਲੋਂ ਤੇ ਜ਼ਰੂਰ ਪੁੱਛਣਾ ਚਾਹਾਂਗੇ। ਛੋਟੀ ਬੇਟੀ ਹੋਣ ਦੇ ਨਾਤੇ ਤੇ ਮੈਂ ਚਾਹੁੰਦਾ ਹਾਂ ਕਿ ਇਹ ਬੇਟੀ ਅੱਗੇ ਆਵੇ, ਲੇਕਿਨ ਜਿੱਥੋਂ ਤੱਕ ਇਨਸਾਫ ਦੀ ਗੱਲ ਹੈ, ਇਸ ਬੱਚੀ ਵਿੱਚ ਅੱਜ ਕਾਫੀ ਕਮੀਆਂ ਸਾਹਮਣੇ ਆਈਆਂ ਤੇ ਉਹ ਦੂਰ ਹੋਣ। ਮੈਂ ਵੀ ਦੁਆ ਕਰਦਾ ਹਾਂ ਤੇ ਇਹ ਕੋਸ਼ਿਸ਼ ਕਰੇ। ਜਨਾਬ KS ਨਰੂਲਾ ਜੀ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਇਸ ਬੱਚੀ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਇਹਨੂੰ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੰਨੀ ਛੋਟੀ ਬੱਚੀ ਹੈ ਔਰ ਇੰਨਾ ਅੱਛਾ ਗਾ ਰਹੀ ਹੈ। ਉਹ ਵਾਹਿਗੁਰੂ ਕਰੇ ਕਿ ਤੂੰ ਇਸ ਤਰ੍ਹਾਂ ਇਸ ਤੋਂ ਵੱਧ ਕੇ ਕੀਰਤਨ ਕਰੇ। ਆਮੀਨ। ਕੀ ਬਾਤ ਹੈ। ਆਲ ਦ ਬੈਸਟ ਟੂ ਯੂ। ਥੈਂਕ ਯੂ। ਪਲੀਜ਼। ਹਰਮਨ ਤੋਂ ਬਾਅਦ ਸਾਡੀ ਅਗਲੀ ਭੈਣ ਇੱਥੇ ਆ ਕੇ ਜਿਨ੍ਹਾਂ ਨੇ ਪਰਫਾਰਮ ਕੀਤਾ ਉਹ ਸੀ ਪਰਮਪ੍ਰੀਤ ਕੌਰ ਜੀ। ਇੱਕ ਵਾਰ ਫਿਰ ਉਹਨਾਂ ਨੂੰ ਇੱਥੇ ਸੱਦਾ ਦਿੰਦੇ ਆ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਪ੍ਰੀਤ ਕੌਰ ਜੀ, ਬਹੁਤ ਚੰਗਾ ਤੁਸੀਂ ਗਾਇਆ ਸੀਗਾ। ਯਾਦਾਂ ਤਾਜ਼ੀਆਂ ਕਰਦੇ ਆ, ਇੱਕ ਨਜ਼ਰ ਵੇਖਦੇ ਆ ਤੁਹਾਡੀ ਪਰਫਾਰਮੈਂਸ। ਪਰਮਪ੍ਰੀਤ ਕੌਰ ਜੀ, ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ? ਠੀਕ ਸੀਗੀ। ਅੱਛੀ ਨਹੀਂ ਸੀਗੀ? ਕਮੀਆਂ ਤੇ ਹੈਗੀਆਂ ਸੀ। ਕਮੀਆਂ ਸੀਗੀਆਂ? ਜੱਜਸ ਕੋਲੋਂ ਪੁੱਛੀਏ ਕੀ ਕਮੀਆਂ ਸੀਗੀਆਂ, ਜਾਨਣਾ ਚਾਹੁੰਦੇ ਹੋ? ਬਿਲਕੁਲ। ਓਕੇ, ਭਾਈ ਸਾਹਿਬ ਪਦਵਿੰਦਰ ਸਿੰਘ ਸੋਢੀ ਜੀ ਦੱਸਣਗੇ ਸਭ ਤੋਂ ਪਹਿਲਾਂ।
ਬਹੁਤ ਇਹਨਾਂ ਨੇ ਆਨੰਦ ਬਣਾਇਆ, ਬਹੁਤ ਅੱਛੀਆਂ ਸੁਰਾਂ ਲਾਈਆਂ। ਹੋਰ ਮਿਹਨਤ ਕਰਨ, ਹੋਰ ਵੀ ਅੱਛਾ ਗਾ ਸਕਦੇ ਨੇ। ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ। ਪਰਮਪ੍ਰੀਤ ਕੌਰ ਤੋਂ ਅਸੀਂ ਕਾਫੀ ਆਸਾਂ ਰੱਖਦੇ ਹਾਂ, ਸੁਰੀਲੀ ਵੀ ਹੈ ਔਰ ਇਹਨਾਂ ਸਵਾਲਾਂ ਦੇ ਜਵਾਬ ਵੀ ਅੱਛੇ ਦਿੱਤੇ, ਸ਼ੁੱਧ ਵੀ ਸੀ ਬਾਣੀ। ਤੇ ਮੈਂ ਤਵੱਕੋ ਰੱਖਦਾ ਕਿ ਜਿੰਨੀ ਜ਼ਿਆਦਾ ਇਹ ਮਿਹਨਤ ਕਰੇਗੀ ਉਹਨੇ ਜ਼ਿਆਦਾ ਬੂਰ ਪਵੇਗਾ। ਕੀ ਬਾਤ ਹੈ, ਮਿਹਨਤ ਤੇ ਰੰਗ ਲਿਆਂਦੀ ਹੈ, ਮਿਹਨਤ ਕਰੋਗੇ ਤੇ ਜ਼ਰੂਰ ਰੰਗ ਆਏਗਾ। ਜਨਾਬ KS ਨਰੂਲਾ ਜੀ, ਤੁਸੀਂ ਕੀ ਕਹੋਗੇ ਪਰਮਪ੍ਰੀਤ ਕੌਰ ਜੀ ਦੀ ਪਰਫਾਰਮੈਂਸ ਬਾਰੇ? ਤੁਹਾਡਾ ਆਵਾਜ਼ ਬਹੁਤ ਅੱਛਾ ਹੈ, ਬਸ ਸਿਰਫ ਰਿਆਜ਼ ਚਾਹੀਦਾ, ਉਸ ਕਰਕੇ ਅੱਗੇ ਆ ਜਾਓਗੇ। ਬਸ ਕੀਰਤਨ ਬਹੁਤ ਅੱਛਾ ਕਰੋਗੇ, यानी इतनी सोहनी आवाज़ है। दिस इज़ अ टिप फ्रॉम द जजेस। ठीक है जी, ख्याल रखना है। ऑल द बेस्ट टू यू। परमप्रीत कौर जी तो बाद ਇੱਥੇ ਸਾਡੀ ਅਗਲੀ ਕੰਟੈਸਟੈਂਟ ਸਾਡੀ ਭੈਣ ਆਈ ਰਸ਼ਮੀਤ ਕੌਰ ਜੀ। ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਣੇ ਆ। ਰਸ਼ਮੀਤ ਕੌਰ ਜੀ, ਸਵਾਗਤ ਹੈ ਬਹੁਤ ਬਹੁਤ ਰਸ਼ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਫਿਰ ਛੇਤੀ ਨਾਲ ਇੱਕ ਵਾਰ ਤੁਹਾਡੀ ਪਰਫਾਰਮੈਂਸ ਵੀ ਵੇਖੀਏ। ਹਾਂਜੀ। ਹਾਂ ਵੱਲੋਂ ਸਾਜਨੜਾ ਮੇਰਾ ਸਾਜਨੜਾ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋੜਾ ਮੇਰਾ ਸਾਜਨੜਾ। ਰਸ਼ਮੀਤ ਕੌਰ ਜੀ, ਇਹ ਸੀਗੀ ਤੁਹਾਡੀ ਪਰਫਾਰਮੈਂਸ। ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਪਰਫਾਰਮੈਂਸ? ਮੈਨੂੰ ਠੀਕ ਲੱਗੀ, ਲੇਕਿਨ ਜਦ ਐਨੇ ਮਹਾਨ ਜੱਜਿਸ ਸਾਹਮਣੇ ਬੈਠੇ ਹੋਣ ਤਾਂ ਨਰਵਸਨੈਸ ਤਾਂ ਹੁੰਦੀ ਹੈ। ਫਿਰ ਨਰਵਸਨੈਸ ਵਿੱਚ ਗੜਬੜ ਵੀ ਹੋ ਜਾਂਦੀ ਹੈ ਸੁਰਾਂ ਦੀ। ਮੈਂ ਸੋਰੀ ਸਾਹਿਬ ਕੋਲੋਂ ਪੁੱਛਣਾ ਚਾਹਾਂਗੀ ਕੀ ਗੜਬੜ ਕੀਤੀ ਇਹਨਾਂ ਨੇ ਇਸ ਪਰਫਾਰਮੈਂਸ ਵਿੱਚ? ਸ਼ੁਰੂਆਤ ਜੋ ਇਹਨਾਂ ਨੇ ਕੀਤੀ ਉਹ ਬਹੁਤੀ ਚੰਗੀ ਨਹੀਂ ਸੀ। ਆਵਾਜ਼ ਅੱਛੀ ਹੈ, ਪਰ ਮੈਂ ਕਹਿ ਸਕਦਾ ਵੀ ਅਜੇ ਰਿਆਜ਼ ਦੀ ਹੋਰ ਲੋੜ ਹੈ। ਨਿਰਮਲ ਸਿੰਘ ਖਾਲਸਾ ਜੀ ਕੋਲੋਂ ਭਾਈ ਸਾਹਿਬ ਜੀ। ਕੀਰਤਨ ਦੀ ਦੁਨੀਆ ਵਿੱਚ ਸੁਰ ਤੇ ਸੁਰਤ ਦਾ ਸੁਮੇਲ ਬੜਾ ਜ਼ਰੂਰੀ ਹੈ। ਸੁਰ ਤੇ ਸੁਰਤ। ਗੁਰੂ ਨਾਨਕ ਦੇਵ ਜੀ ਨੇ ਸੁਰ ਤੇ ਸੁਰਤ ਦੇ ਸੁਮੇਲ ਨਾਲ ਗਾਵਿਆਂ ਤੇ ਪਾਵਿਆਂ। ਤੇ ਜੇ ਸੁਰ ਵੀ ਗੜਬੜ ਹੋਵੇ ਤੇ ਸੁਰਤ ਵੀ ਨਾ ਹੋਵੇ ਤੇ ਫਿਰ ਤਾਂ ਬਿਲਕੁਲ ਹੀ ਉਹ ਅਧੂਰਾ ਰਹਿ ਜਾਂਦਾ ਹੈ। ਸੋ ਇਸ ਅਧੂਰੇਪਨ ਨੂੰ ਦੂਰ ਕਰਨ ਲਈ ਮੈਂ ਬੱਚੀ ਕੋਲੋਂ ਆਸ ਰੱਖਦਾ ਹਾਂ ਕਿ ਉਸ ਸੁਰ ਨੂੰ ਤੇ ਸੁਰਤ ਨੂੰ ਪਰਪੱਕ ਕਰਨ ਲਈ ਹੋਰ ਰਿਆਜ਼ ਕਰੇ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੇ ਵੀ ਕਿਹਾ ਕਿ ਰਿਆਜ਼ ਕਰਨਾ ਹੈ, ਸੋਢੀ ਸਾਹਿਬ ਨੇ ਵੀ ਕਿਹਾ ਕਿ ਰਿਆਜ਼ ਕਰਨਾ ਹੈ। ਮੈਂ ਜਨਾਬ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ ਕਿ ਉਹ ਕੀ ਕਹਿਣਗੇ ਤੁਹਾਡੇ ਬਾਰੇ। पहले आलाप इतना बेसुरा बोलिया, बिल्कुल सुनने दे लायक नहीं थी। ठीक है, उस तो बाद तू अपनी सुरते फिर आ गई सही। तो इसकी की वजह है ये हुण तैनू पता है क्यों होया इस तरह, या रियाज की कमी या घबराहट। तो इन्हां गल्लां नूं दूर कर दे ते तेरा बिल्कुल बेड़ा पार हो जाएगा। कीर्तन फर्स्ट क्लास करेगी तो महाराज करे तो अच्छा कीर्तन करे। ऑल द बेस्ट टू यू ਰਸ਼ਮੀਤ। ਤੇ ਦਰਸ਼ਕੋ, ਰਸ਼ਮੀਤ ਕੌਰ ਦੀ ਇਸ ਪਰਫਾਰਮੈਂਸ ਦੇ ਨਾਲ ਹੀ ਪੂਰਾ ਹੋ ਗਿਆ ਸੀ ਸਾਡੀ ਭੈਣਾਂ ਦਾ ਸੈਮੀਫਾਈਨਲਸ ਦਾ ਇਹ ਮੁਕਾਬਲਾ। ਜੀ ਹਾਂ, ਸੈਮੀਫਾਈਨਲ ਦਾ ਪਹਿਲਾ ਐਪੀਸੋਡ ਪੂਰਾ ਹੋ ਗਿਆ ਸੀ। ਇਹਨਾਂ ਤੋਂ ਬਾਅਦ ਅਸੀਂ ਤੁਹਾਡੇ ਨਾਲ ਮੁਲਾਕਾਤ ਕੀਤੀ ਸੀ ਸਾਡੇ ਸਿੰਘ ਵੀਰਾਂ ਦੇ ਮੁਕਾਬਲੇ ਵਿੱਚ। ਸਾਡਾ ਅਗਲਾ ਐਪੀਸੋਡ ਸੀਗਾ ਸਿੰਘਾਂ ਦੇ ਵਿਚਕਾਰ। ਸਿੰਘਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ ਇਸ ਐਪੀਸੋਡ ਦੇ ਵਿੱਚ, ਪਰ ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਓ, ਵੇਖਦੇ ਰਹੋ ਚੈਨਲ MH1। ब्रेक तो बाद मैं निमी सिंह एक बार फिर हाजिर हाँ आप सब दे सामने लैके आई हाँ प्रोग्राम पलो पलो रे कीर्तनिया दे सैमीफाइनल्स का पहला रिजल्ट एपीसोड। जी हाँ, अज तुसी वेखोगे की रिजल्ट रहेगा जो इस तो पहला 2 एपीसोड तुसी वेखे। 2 एपीसोड्स दे विच पहला एपीसोड जो रहा वो बीबियां दे विचकार होया मुकाबला, दूसरे एपीसोड दे विच होया मुकाबला ਸਿੰਘਾਂ विचकार। ਬੀਬੀਆਂ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ ਉਹਦੀ ਰੀਕੈਪਿੰਗ ਯਾਨੀ ਕਿ ਥੋੜੀ ਜਿਹੀਆਂ ਯਾਦਾਂ ਤਾਜ਼ੀਆਂ ਅਸੀਂ ਕਰ ਲਿੱਤੀਆਂ ਨੇ। ਹੁਣ ਬ੍ਰੇਕ ਤੋਂ ਬਾਅਦ ਆਓ ਅਸੀਂ ਵੇਖਦੇ ਹਾਂ ਕਿ ਸਾਡੇ ਸਿੰਘਾਂ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ ਸੀਗਾ। ਸਭ ਤੋਂ ਪਹਿਲਾਂ ਇੱਥੇ ਬੁਲਾਉਣਾ ਚਾਹਾਂਗੀ ਗੁਰਦੇਵ ਸਿੰਘ ਜੀ ਨੂੰ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਫਤਿਹ ਪ੍ਰਵਾਨ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ, ਤੁਹਾਡੀ ਪਰਫਾਰਮੈਂਸ ਕਾਫੀ ਅੱਛੀ ਰਹੀ, ਕਾਫੀ ਬਿਹਤਰੀਨ ਸ਼ੁਰੂਆਤ ਕੀਤੀ ਸੀ ਤੁਸੀਂ ਐਪੀਸੋਡ ਦੀ। ਇੱਕ ਨਜ਼ਰ ਵੇਖਣਾ ਚਾਹੋਗੇ? ਜੀ ਆਓ ਵੇਖਦੇ ਹਾਂ ਇੱਕ ਨਜ਼ਰ। ਪਾਤੀ ਤੋਰੈ ਮਾਲਨੀ ਮਾਲਨੀ, ਪਾਤੀ ਤੋਰੈ ਮਾਲਨੀ ਮਾਲਨੀ, ਪਾਤੀ ਤੋਰੈ ਮਾਲਨੀ
ਗੁਰਦੇਵ ਸਿੰਘ ਜੀ, ਇਹ ਸੀ ਤੁਹਾਡੀ ਪਰਫਾਰਮੈਂਸ। ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੇ ਆਪ ਨੂੰ ਆਪਣੀ ਪਰਫਾਰਮੈਂਸ? ਮੈਂ ਤਾਂ ਕੋਸ਼ਿਸ਼ ਕੀਤੀ ਹੈ ਜੀ। ਚਲੋ ਅਸੀਂ ਜੱਜਸ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਕੀ ਕੁਝ ਕਮੀਆਂ ਨਜ਼ਰ ਆਈਆਂ ਦਿਸੀਆਂ। ਸੋਢੀ ਸਾਹਿਬ, ਤੁਸੀਂ ਦੱਸੋਗੇ? ਗੁਰਦੇਵ ਸਿੰਘ ਜੀ, ਤੁਸੀਂ ਬੰਦਿਸ਼ ਬੜੀ ਪਿਆਰੀ ਸੁਣਾਈ ਭਾਈ ਬਖਸ਼ੀਸ਼ ਸਿੰਘ ਉਹਨਾਂ ਦੀ। ਹਾਂਜੀ ਸਾਨੂੰ ਇਹ ਇਤਰਾਜ਼ ਨਹੀਂ ਵੀ ਤੁਸੀਂ ਉਹਨਾਂ ਦੀ ਬੰਦਿਸ਼ ਕਿਉਂ ਸੁਣਾਈ, ਖੁਸ਼ੀ ਹੈ, ਪਰ ਗੱਲ ਇਹ ਹੈ ਵੀ ਜੇ ਕਿਸੇ ਦੀ ਬੰਦਿਸ਼ ਗਾਈਏ ਤੇ ਉਹਦੇ ਤੇ ਪੂਰੇ ਉਤਰੀਏ, ਜੀ ਉਸੇ ਤਰ੍ਹਾਂ ਗਾਈਏ, ਨਹੀਂ ਤਾਂ ਫਿਰ ਸਾਨੂੰ ਆਪਣੀ ਬੰਦਿਸ਼ ਗਾਣੀ ਚਾਹੀਦੀ ਹੈ। ਹਾਂਜੀ ਕਿਉਂਕਿ ਜਦੋਂ ਉਹਨਾਂ ਦੀ ਬੰਦਿਸ਼ ਗਾਈਆਂ, ਉਹਦੇ ਵਿੱਚ ਕੁਝ ਸੁਰਾਂ ਜਿਹੜੀਆਂ ਉਹਨਾਂ ਨੇ ਕਿਤੇ ਕਿਤੇ ਲਾਈਆਂ, ਉਹ ਤੁਹਾਡੇ ਕੋਲ ਨਹੀਂ ਲੱਗੀਆਂ, ਤੁਹਾਨੂੰ ਆਪ ਹੀ ਮਹਿਸੂਸ ਹੋਇਆ ਹੋਵੇਗਾ। ਮੇਰਾ ਇਹ ਵਿਚਾਰ ਆ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਬੜੇ ਸੁਰੀਲੇ ਨੇ। ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮਰਹੂਮ ਸ਼ਖਸੀਅਤ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਸਾਡੇ ਰੋਲ ਮਾਡਲ ਸਨ, ਆਦਰਸ਼ ਸਨ ਕੀਰਤਨੀਆਂ ਦੇ। ਅੱਛੀ ਗੱਲ ਉਹਨਾਂ ਨੂੰ ਗਾਉਣਾ, ਪਰ ਮੇਰਾ ਖਿਆਲ ਕਦੀ ਕਦੀ ਆਪਣੇ ਹੱਥੀਂ ਖਾਣਾ ਬਣਾ ਕੇ ਖਾਈਏ ਤਾਂ ਬਹੁਤ ਜ਼ਿਆਦਾ ਸਵਾਦ ਹੁੰਦਾ ਹੈ ਜੀ। ਤੇ ਉਹ ਕੋਸ਼ਿਸ਼ ਕਰਨ ਕਿ ਆਪਣੀਆਂ ਵੀ ਕੁਝ ਬਣਾਉਣ ਤਿਆਰੀ ਕਰਕੇ ਕੰਪੋਜੀਸ਼ਨਾਂ, ਤੇ ਹੋ ਸਕਦਾ ਉਹ ਜ਼ਿਆਦਾ ਬਿਹਤਰ ਹੋਣ। ਇਹ ਮੇਰੀ ਗੁਜ਼ਾਰਿਸ਼ ਹੈ। ਜੀ। ਮੈਂ ਜਨਾਬ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ। ਮੈਂ ਵੀ ਇਹੀ ਕਹਿ ਰਿਹਾ ਕਿ ਇਹ ਬੰਦਿਸ਼ ਦੀ ਵਜ੍ਹਾ ਕਰਕੇ ਹੀ ਲੱਗਿਆ ਹੈ ਕਮਜ਼ੋਰੀ, ਨਹੀਂ ਤੇ ਵੈਸੇ ਬਹੁਤ ਅੱਛਾ ਗਾ ਰਹੇ ਸੀ। ਸੁਰ 'ਚ ਗਾਇਆ ਹੈ, ਠੀਕ ਹੈ। ਵੈਸੇ ਗਾਣ ਵਾਲੇ ਬਹੁਤ ਸੋਹਣਾ ਗਾਇਆ, ਬਹੁਤ ਸੋਹਣਾ ਕੀਰਤਨ ਕਰਦੇ। ਆਲ ਦ ਬੈਸਟ ਟੂ ਯੂ। ਰਿਜ਼ਲਟ ਤੇ ਪਤਾ ਚੱਲੇਗਾ, ਲੇਕਿਨ ਇਸ ਵੇਲੇ ਤੁਸੀਂ ਆਪਣਾ ਸਥਾਨ ਗ੍ਰਹਿਣ ਕਰੋ। ਗੁਰਦੇਵ ਸਿੰਘ ਜੀ ਤੋਂ ਬਾਅਦ ਸਾਡੇ ਅਗਲੇ ਕੰਟੈਸਟੈਂਟ ਇੱਥੇ ਆਏ ਸੀਗੇ, ਸਾਡੇ ਨੈਕਸਟ ਸੈਮੀਫਾਈਨਲਿਸਟ ਜਸਵਿੰਦਰਪਾਲ ਸਿੰਘ ਜੀ। ਆਓ ਇੱਕ ਵਾਰ ਫਿਰ ਉਹਨਾਂ ਦੇ ਨਾਲ ਮੁਲਾਕਾਤ ਕਰਨੇ ਆ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖਣਾ ਚਾਹੋਗੇ ਤੁਸੀਂ ਕਿਵੇਂ ਪਰਫਾਰਮ ਕੀਤਾ? ਹਾਂਜੀ ਸਾਹਮਣੇ ਦੇਖੋ ਜੀ, ਸਾਹਮਣੇ ਨਜ਼ਰ ਆਏਗਾ। ਅਨੇਕ ਜਨਮ ਭ੍ਰਮ ਸਰਣੀ ਆਏ, ਅਨੇਕ ਜਨਮ ਭ੍ਰਮ ਸਰਣੀ। ਜਸਵਿੰਦਰਪਾਲ ਜੀ, ਤੁਹਾਡੀ ਪਰਫਾਰਮੈਂਸ ਕਿੱਦਾਂ ਲੱਗੀ ਤੁਹਾਨੂੰ? ਠੀਕ ਲੱਗੀ ਜੀ ਆਪਣੀ। ਠੀਕ ਸੀਗੀ? ਹਾਂਜੀ। ਜੱਜਸ ਕੋਲੋਂ ਪੁੱਛਦੇ ਹਾਂ ਉਹਨਾਂ ਨੂੰ ਕਿੰਨੀ ਕੁ ਠੀਕ ਹਾਂਜੀ, ਲੱਗੀ। ਬਿਲਕੁਲ। ਠੀਕ ਹੈ ਜੀ, ਪੁੱਛੀਏ। ਹਾਂਜੀ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਸੋਢੀ ਜੀ ਦੱਸਣਗੇ। ਜਸਵਿੰਦਰਪਾਲ ਸਿੰਘ ਜੀ, ਇਹ ਆਪਾਂ ਸਦਾ ਹੀ ਖਿਆਲ ਰੱਖਣਾ ਵੀ ਜਦੋਂ ਵੀ ਕੀਰਤਨ ਕਰਨਾ, ਸ਼ਬਦ ਦੀ ਪ੍ਰਧਾਨਤਾ ਬਣੀ ਰਹੇ। ਤੁਹਾਡੇ ਤੇ ਬੜੀ ਕਿਰਪਾ ਤੋਂ ਬਗੈਰ ਕੀਰਤਨ ਨਹੀਂ ਹੋ ਸਕਦਾ। ਕਿਰਪਾ ਹੈ, ਪਰ ਇਹ ਆਪਾਂ ਖਿਆਲ ਰੱਖਣਾ ਵੀ ਸ਼ਬਦ ਦੀ ਪ੍ਰਧਾਨਤਾ ਬਣੀ ਰਹੇ, ਸੰਗਤ ਸ਼ਬਦ ਦਾ ਆਨੰਦ ਲੈਂਦੀ ਰਹੇ। ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੇ। ਇਹਨਾਂ ਦਾ ਯਤਨ ਅੱਛਾ ਹੈ, ਲੇਕਿਨ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਇਹਨਾਂ ਦੀ ਪਰਫਾਰਮੈਂਸ ਸੀ, ਥੋੜੀ ਉਹ ਇੰਨੀ ਜ਼ਿਆਦਾ ਵਧੀਆ ਨਹੀਂ ਸੀ। ਔਰ ਮੈਂ ਚਾਹਾਂਗਾ ਕਿ ਇਹ ਖੁਦ ਆਪਣੇ ਅੰਦਰ ਝਾਤੀ ਮਾਰਨ ਕਿ ਇਹਨਾਂ ਨੂੰ ਅੱਗੇ ਵਧਣ ਲਈ ਹੋਰ ਕੁਝ ਜ਼ਿਆਦਾ ਕਰਨਾ ਪਏਗਾ। ਤੁਹਾਡੀ ਮਿਹਨਤ ਦੀ ਲੋੜ ਇਹਨਾਂ ਨੂੰ। ਮੈਂ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ, ਉਹਨਾਂ ਨੂੰ ਕਿਸ ਤਰ੍ਹਾਂ ਲੱਗੀ ਇਹਨਾਂ ਦੀ ਪਰਫਾਰਮੈਂਸ? ਤੁਹਾਨੂੰ ਆਪ ਕਿਸ ਤਰ੍ਹਾਂ ਲੱਗਿਆ ਸੀ? ਸਰ ਠੀਕ ਲੱਗਿਆ, ਯਾਨੀ ਕਮੀਆਂ ਤਾਂ ਵਿੱਚ ਮਾੜੇ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ। ਹਾਂਜੀ ਬਿਲਕੁਲ। ਨਹੀਂ, ਵੈਸੇ ਮਤਲਬ ਇਹ ਕਲਾਸੀਕਲ ਤੁਸੀਂ ਸਿੱਖ ਰਹੇ ਹੋ। ਹਾਂਜੀ ਉਹ ਤੇ ਪਤਾ ਲੱਗ ਹੀ ਰਿਹਾ ਸੀ ਕਿ ਕਲਾਸੀਕਲ ਸਿੱਖ ਰਹੇ ਹੋ, ਠੀਕ ਹੈ ਨਾ, ਲੇਕਿਨ ਉਹਦੀ ਗਾਇਕੀ ਵਿੱਚ ਜਾਨ ਨਹੀਂ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਆਲ ਦ ਬੈਸਟ ਟੂ ਯੂ। ਰਿਜ਼ਲਟ ਹਾਲੇ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਆਪਣੀ ਧੜਕਣਾਂ ਨੂੰ ਸਾਂਭ ਕੇ ਰੱਖੋ, ਠੀਕ ਹੈ ਜੀ। ਆਲ ਦ ਬੈਸਟ। ਜਸਵਿੰਦਰਪਾਲ ਸਿੰਘ ਜੀ ਤੋਂ ਬਾਅਦ ਸਾਡੇ ਅਗਲੇ ਸੈਮੀਫਾਈਨਲਿਸਟ ਜੋ ਇੱਥੇ ਆਏ ਹੋ ਸੀਗੇ, ਵਿਕਰਮਜੀਤ ਸਿੰਘ ਜੀ। ਤੇ ਆਓ ਫਿਰ ਇੱਕ ਵਾਰ ਫਿਰ ਉਹਨਾਂ ਨੂੰ ਇੱਥੇ ਬੁਲਾਉਂਦੇ ਆ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਇੱਕ ਵਾਰ ਫਿਰ। ਅੱਜ ਤੁਸੀਂ ਚੰਗੀ ਸਮਾਈਲ ਕਰ ਰਹੇ ਹੋ, ਤੁਹਾਨੂੰ ਪਤਾ ਹੈ ਅੱਜ ਇੱਥੇ ਪਰਫਾਰਮ ਨਹੀਂ ਕਰਨਾ। ਜੀ ਪਰਫਾਰਮੈਂਸ ਦੀ ਗੱਲ ਤੇ ਨਹੀਂ, ਮੈਂ ਸਮਾਈਲ ਤੇ ਚਲੋ ਹੱਸਦੇ ਖੇਡਦੇ ਰਹਿਣਾ ਚਾਹੀਦਾ ਆ। ਚਲੋ ਇੱਕ ਨਜ਼ਰ ਦੇਖਦੇ ਆ ਤੁਸੀਂ ਕਿੰਨਾ ਸਮਾਈਲ ਕਰ ਰਹੇ ਸੀਗੇ ਤੁਹਾਡੀ ਪਰਫਾਰਮੈਂਸ। ਧਰਤੀ ਮੌਲੇ ਆਇਆ ਕਾਸ, ਮੌਲੀ ਧਰਤੀ ਮੌਲੇ ਆਇਆ ਕਾਸ, ਮੌਲੀ ਧਰਤੀ ਮੌਲੇ ਆਇਆ ਕਾਸ। ਬਹੁਤ ਚੰਗੀ ਸੀਗੀ ਜੀ ਤੁਹਾਡੀ ਪਰਫਾਰਮੈਂਸ। ਤੁਹਾਨੂੰ ਕੀ ਕਮੀਆਂ ਲੱਗੀਆਂ? ਕਮੀ ਜੀ, ਜਿਸ ਤਰ੍ਹਾਂ ਸਤਿਕਾਰਯੋਗ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਦੱਸਿਆ, ਕੁਛ ਕਾਰਨਾਂ ਕਰਕੇ ਜਾਂ ਥਕਾਵਟ ਕਰਕੇ ਕੁਛ ਗਲਾ ਖਰਾਬ ਵੀ ਸੀਗਾ, ਅਤੇ ਰਿਆਜ਼ ਦੀ ਕਮੀ ਵੀ ਰਹਿੰਦੀ ਆ। ਅਤੇ ਬਾਕੀ ਅਸਥਾਈ ਦੇ ਵਿੱਚ ਥੋੜ੍ਹਾ ਜਿਹਾ ਕੰਪਨ ਦੀ ਮੈਨੂੰ ਥੋੜ੍ਹੀ ਪ੍ਰੋਬਲਮ ਰਹਿੰਦੀ ਵੀ ਆ। ਪਤਾ ਨਹੀਂ, ਮੈਂ ਸ਼ਾਇਦ ਮੇਰੇ ਰਿਆਜ਼ ਦੇ ਵਿੱਚ ਕੁਛ ਤਰੁੱਟੀ ਆ ਜਾਂ ਕਿਸ ਤਰ੍ਹਾਂ ਕਹਿ ਲਓ,
ਜੱਜਸ ਕੋਲੋਂ ਪੁੱਛਦੇ ਹਾਂ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਕੋਲੋਂ ਪੁੱਛਣਾ ਚਾਹਾਂਗੀ। ਬਹੁਤ ਸਾਰੀਆਂ ਕਮੀਆਂ ਉਹਨਾਂ ਨੇ ਆਪੇ ਹੀ ਦੱਸ ਦਿੱਤੀਆਂ। ਮੈਨੂੰ ਲੱਗਦਾ ਬਹੁਤਾ ਦੱਸਣ ਦੀ ਲੋੜ ਨਹੀਂ। ਜੀ। ਸ਼ੁਰੂਆਤ ਬਹੁਤ ਚੰਗੀ ਸੀ, ਹੋਰ ਰਿਆਜ਼ ਕਰਨਗੇ ਹੋਰ ਵੀ ਬਹੁਤ ਅੱਛਾ ਗਾ ਸਕਦੇ ਨੇ। ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਇਹ ਚਾਹਾਂਗੀ। ਭਾਵੇਂ ਮੇਰੇ ਕਲਾਸ ਫੈਲੋ ਦਾ ਮੁੰਡਾ ਹੈ, ਪਰ ਜਿੱਥੇ ਤੁਸੀਂ ਸਾਨੂੰ ਬਿਠਾਇਆ ਹੈ MH1 ਵਾਲਿਆਂ ਨੇ, ਇੱਥੇ ਲਿਹਾਜ਼ ਵਾਲੀ ਕੋਈ ਗੱਲ ਨਹੀਂ। ਕੀ ਇੱਥੇ ਬਾਤ ਜੋ ਇਨਸਾਫ ਹੈ ਉਹ ਹੀ ਹੋਏਗਾ। ਜੀ। ਮੈਨੂੰ ਪਤਾ ਹੈ ਕਿ ਇਹਦੇ ਪਿਤਾ ਜੀ ਮੇਰੇ ਕਲਾਸ ਫੈਲੋ, ਅਸੀਂ ਇਕੱਠੇ ਪੜ੍ਹੇ ਆ, ਮੇਰਾ ਭਤੀਜਾ ਹੀ ਹੈ। ਅੱਛਾ ਜੀ। ਪਰ ਸਵਾਲ ਇਸ ਗੱਲ ਦਾ ਨਹੀਂ, ਜੇ ਖਰਾ ਗਾਏਗਾ ਤੈਨੂੰ ਖਰੇ ਨੰਬਰ ਮਿਲਣਗੇ, ਨਹੀਂ ਤਾਂ ਨਹੀਂ। ਚਲੋ ਫਿਰ ਕਮੀਆਂ ਦੱਸੋ। ਆਇੰਦਾ ਇਹ ਕੋਈ ਗਲਤੀ ਕਰਨ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸਤਿ ਜੀ। ਮੈਂ ਜਨਾਬ KS ਨਰੂਲਾ जी को पूछना चाहांगी। वो वास्ते कोशिश करो कि ये प्रैक्टिस करो अच्छी तरह ਉਹਦਾ जिन्ना भी आलाप है, भावें थोड़ा भावें ज़्यादा सुर, लेकिन इस तरह मंजी हुई होवे सो कि एक दफ़ा सुर लगाओ तो सुनने वाले का दिल करे कि मैं क्या मज़ा है होर सुनावे। और सुनिए रिजल्ट ते हले पता चलेगा थोड़ी देर बाद, इंतज़ार करो थोड़ा जा होर। ऑल द बेस्ट टू यू। ਥੈਂਕ ਯੂ ਜੀ। ਵਿਕਰਮ ਸਿੰਘ ਜੀ ਤੋਂ ਬਾਅਦ ਇੱਥੇ ਆਏ ਸਾਡੇ ਨੈਕਸਟ ਕੰਟੈਸਟੈਂਟ ਹਰਭਜਨ ਸਿੰਘ ਜੀ। ਇੱਕ ਵਾਰ ਫਿਰ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਬੁਲਾਉਣਾ ਚਾਹਾਂਗੀ ਹਰਭਜਨ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਜੀ। ਧੰਨਵਾਦ ਜੀ। ਹਰਭਜਨ ਸਿੰਘ ਜੀ, ਤੁਸੀਂ ਆਪਣੀ ਪਰਫਾਰਮੈਂਸ ਵੇਖੋ ਤੇ ਨਾਲ ਅਸੀਂ ਵੀ ਯਾਦਾਂ ਤਾਜ਼ੀਆਂ ਕਰਦੇ ਹਾਂ। ਇੱਕ ਨਜ਼ਰ ਤੁਹਾਡੀ ਪਰਫਾਰਮੈਂਸ। ਬੰਦੇ ਬੰਦਗੀ ਇਕਤਿਆ ਬੰਦਗੀ ਇਕਤਿਆ ਸਾਹਿਬ ਰੋਜ਼ ਤਰੋ ਕੇ ਪਿਆਰ ਰੋਜ਼ ਤਰੋ ਕੇ ਪਿਆਰ। ਹਰਭਜਨ ਜੀ, ਬੜੇ ਯਾਦਗਾਰ ਪਲ ਤੁਸੀਂ ਜੋੜ ਦਿੱਤੇ ਇਸ ਐਪੀਸੋਡ ਦੇ ਨਾਲ। ਬੜੀ ਚੰਗੀ ਪਰਫਾਰਮੈਂਸ ਸੀਗੀ। ਤੁਹਾਨੂੰ ਆਪਣੀ ਪਰਫਾਰਮੈਂਸ ਕਿੱਦਾਂ ਦੀ ਲੱਗੀ? ਠੀਕ ਠੀਕ ਲੱਗੀ। ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੀ ਸੋਢੀ ਸਾਹਿਬ ਕੋਲੋਂ। ਤੁਹਾਡਾ ਗ੍ਰਾਮ ਬਹੁਤ ਅੱਛਾ, ਬੜੀ ਕਿਰਪਾ ਤੁਹਾਡੇ ਤੇ, ਪਰ ਅੱਜ ਇੰਜ ਲੱਗਾ ਵੀ ਗ੍ਰਾਮ ਦੀਆਂ ਸੁਰਾਂ ਕੁਝ ਨੋਟ ਤੁਹਾਡੇ ਕੋਲ ਚੰਗੀ ਤਰ੍ਹਾਂ ਨਹੀਂ ਲੱਗੇ। ਹੋਰ ਤੁਸੀਂ ਮਿਹਨਤ ਕਰੋ ਤੇ ਗੁਰੂ ਕਿਰਪਾ ਕਰੇਗਾ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਮੈਂ ਇਹਨਾਂ ਦੀ ਗੱਲ ਦੀ ਤਾਇਦ ਕਰਦਾ ਕਿ ਵਾਕਈ ਇਹਨਾਂ ਦਾ ਗ੍ਰਾਮ ਅੱਛਾ, ਪਰ ਕਦੀ ਕਦੀ ਮਿਲੀਗ੍ਰਾਮ ਵੀ ਲੱਗ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਆਵਾਜ਼ ਵਿੱਚ ਬੜਾ ਦਮ ਹੈ ਔਰ ਰੀਤ ਬੜੀ ਅੱਛੀ ਸੀ ਤੇ ਮੈਂ ਸਮਝਦਾ ਕਿ ਇਸ ਨੂੰ ਜਿਵੇਂ ਰੀਤ ਹੈ ਇਹਨੂੰ ਅੱਗੇ ਤੋਰਨਾ ਹੋਰ ਅੱਗੇ ਤੋਂ। ਮੈਂ ਜਨਾਬ ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ। ਸਰਦਾਰ ਹਰਭਜਨ ਸਿੰਘ ਜੀ, ਤੁਸੀਂ ਬਹੁਤ ਅੱਛਾ ਗਾਇਆ ਹੈ। ਧੰਨਵਾਦ ਜੀ। ਤੁਹਾਡਾ ਗ੍ਰਾਮ ਅੱਛਾ ਹੈ, ਬੇਸ ਅੱਛਾ ਹੈ, ਬਹੁਤ ਅੱਛਾ ਗਾਇਆ ਤੁਸੀਂ। ਮੈਂ ਤੁਹਾਨੂੰ ਫਿਰ ਵੀ ਕਹਾਂਗਾ ਤੁਸੀਂ ਬਹੁਤ ਅੱਛੇ ਕੀਰਤਨੀਏ ਹੋ ਔਰ ਤੁਹਾਡੀ ਆਵਾਜ਼ ਅੱਛੀ ਹੈ। ਤੁਸੀਂ ਤਰੱਕੀ ਕਰੋਗੇ, ਮਹਾਰਾਜ ਕਰੇ ਤੁਸੀਂ ਕਾਮਯਾਬ ਹੋ। ਸਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ। ਹਾਂਜੀ। ਆਪ ਜੀ ਲੈਜੈਂਡ ਹੋ, ਸਿੱਖ ਕੌਮ ਦੇ ਲੈਜੈਂਡ। ਸਾਕਾ ਸਰਹੰਦ ਜਿਹੜਾ ਅਮਰ ਹੈ ਉਹ ਆਪ ਜੀ ਨੇ ਤਿਆਰ ਕੀਤਾ ਹੈ ਤੇ ਇਸ ਕਰਕੇ ਤੁਹਾਡੀਆਂ ਜਿਹੜੀਆਂ ਕਹੀਆਂ ਹੋਈਆਂ ਗੱਲਾਂ ਇਹ ਤਾਂ ਪ੍ਰਸ਼ਾਦ ਨੇ, ਇਹ ਤਾਂ ਸਿਰ ਮੱਥੇ ਪ੍ਰਵਾਨ। ਥੈਂਕ ਯੂ, ਥੈਂਕ ਯੂ। ਬਹੁਤ ਵਧੀਆ ਜੀ। ਆਲ ਦ ਬੈਸਟ ਟੂ ਯੂ ਹਰਭਜਨ ਜੀ। ਰਿਜ਼ਲਟ ਤੇ ਹਾਲੇ ਜੇਕਰ ਮੌਕਾ ਮਿਲਦਾ ਹੈ, ਕਿਉਂਕਿ ਸਿਰਫ ਇੱਕ ਕੰਟੈਸਟੈਂਟ ਨੇ ਬਾਹਰ ਹੋਣਾ ਹੈ, ਮੌਕਾ ਮਿਲਦਾ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਜੱਜਸ ਦੀ ਗੱਲਾਂ ਦਾ ਧਿਆਨ ਰੱਖ ਕੇ ਫਿਰ ਇੱਥੇ ਹਾਜ਼ਰ ਹੋਵੋਗੇ। ਬਿਲਕੁਲ ਜੀ। ਆਲ ਦ ਬੈਸਟ ਟੂ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਬਾਅਦ ਸਾਡੇ ਅਗਲੇ ਕੰਟੈਸਟੈਂਟ ਇੱਥੇ ਆਏ ਪਰਮਿੰਦਰ ਸਿੰਘ ਜੀ, ਤੇ ਆਓ ਇੱਕ ਵਾਰ ਫਿਰ ਤੋਂ ਉਹਨਾਂ ਦਾ ਇੱਥੇ ਸਵਾਗਤ ਕਰਨੇ ਆ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ, ਤੁਹਾਡੀ ਪਰਫਾਰਮੈਂਸ ਬਿਹਤਰੀਨ ਪਰਫਾਰਮੈਂਸ ਸੀਗੀ, ਜੱਜਸ ਨੂੰ ਕਾਫੀ ਪਸੰਦ ਆਈ ਸੀਗੀ। ਇੱਕ ਵਾਰ ਫਿਰ ਤੋਂ ਦੇਖਦੇ ਹਾਂ ਇੱਕ ਨਜ਼ਰ। ਕਿਆ ਜਾਣਾ ਕਿਆ ਹੋਏ ਗਰਿਮਾਈ ਹਰ ਦਰਸ਼ਨ ਬਿਨ ਰਹਿਨ ਨਾ ਜਾਏ ਹਰ ਦਰਸ਼ਨ ਬਿਨ ਰਹਿਨ ਨਾ ਜਾਏ। ਤੁਹਾਨੂੰ ਕਿੱਦਾਂ ਦੀ ਲੱਗੀ ਆਪਣੀ ਪਰਫਾਰਮੈਂਸ? ਮੈਨੂੰ ਲੱਗਦਾ ਇਹਦੇ ਵਿੱਚ ਕਾਫੀ ਇੰਪਰੂਵਮੈਂਟ ਦਾ ਸਕੋਪ ਹੈਗਾ। ਬਾਕੀ ਜੱਜਸ ਸਾਹਿਬਾਨ ਨੇ ਜੋ ਖਾਮੀਆਂ ਦੱਸੀਆਂ ਨੇ ਤੇ ਮੈਂ ਉਸ 'ਤੇ ਜ਼ਰੂਰ ਗੌਰ ਅਮਲ ਕਰਾਂਗਾ, ਚਾਹੇ ਮੈਂ ਕੰਪੀਟੀਸ਼ਨ 'ਚ ਰਹਾਂ ਜਾਂ ਨਾ ਰਹਾਂ, ਪਰ ਜੋ ਇਹਨਾਂ ਦੱਸਿਆ ਜ਼ਰੂਰ ਮੇਰੇ ਕੰਮ ਆਇਆ। ਤੇ ਮੈਂ ਸਭ ਤੋਂ ਪਹਿਲਾਂ ਸੋਢੀ ਸਾਹਿਬ ਕੋਲੋਂ ਪੁੱਛਾਂਗੀ। ਇਹਨਾਂ ਨੂੰ ਪਤਾ ਹੀ ਹੈ ਜਦੋਂ ਇਹ ਆਕਾਰ ਬਣਾ ਰਹੇ ਸੀ, ਪਹਿਲਾਂ ਤੁਸੀਂ ਸ਼ੁਰੂ ਕੀਤਾ ਆਲਾਪ, ਇੱਕ ਰਾਗ ਤੇ ਤੁਸੀਂ ਟਿਕੇ ਨਹੀਂ,
5-7 ਰਾਗ ਇਕੱਠੇ ਉਹਦੇ ਵਿੱਚ ਹੀ ਤੁਸੀਂ ਬਦਲ ਦਿੱਤੇ। ਹੋਰ ਬਹੁਤ ਸਾਰੀਆਂ ਭੁੱਲਾਂ ਹੋਈਆਂ। ਤੁਸੀਂ ਆਖਿਆ ਮੈਂ ਆਸਾ ਰਾਗ ਗਾਵਾਂਗਾ, ਉਹ ਵੀ ਨਹੀਂ ਗਾਇਆ ਗਿਆ। ਤੇ ਸਵਾਲ ਮੈਂ ਕੀਤਾ ਸੀ, ਉਹਦਾ ਤੁਸੀਂ ਜਵਾਬ ਨਹੀਂ ਦੇ ਸਕੇ। ਮਿਹਨਤ ਦੀ ਲੋੜ ਹੈ। मैं भाई साहब भाई खालसा निर्मल सिंह खालसा जी को पूछना चाहवांगी। ਸੋਢੀ ਸਾਹਿਬ ਦਰੁਸਤ ਕਹਿ ਰਹੇ ਨੇ। मैं तीसरे जज साहिबान को पूछना चाहवांगी नरूला साहब को। जितो सीखना है तो तरीके ना सीखो, अच्छी जगह तो सीखो जितो पूरा पता लगे। ਤੇ ਸਿੱਖਣਾ ਸ਼ੁਰੂ ਕਰੋ ਚੰਗੀ ਤਰ੍ਹਾਂ ਨਾਲ। ਆਈ ਹੋਪ ਤੁਸੀਂ ਇਹ ਗੱਲ ਯਾਦ ਰੱਖੋਗੇ। ਆਲ ਦ ਬੈਸਟ ਟੂ ਯੂ। ਹਾਲੇ ਰਿਜ਼ਲਟ ਦੱਸਣਾ ਬਾਕੀ ਹੈ। ਆਲ ਦ ਬੈਸਟ ਟੂ ਯੂ। ਇਹਨਾਂ ਤੋਂ ਬਾਅਦ ਸਾਡੇ ਅਗਲੇ ਕੰਟੈਸਟੈਂਟ ਇੱਥੇ ਆਏ ਗੰਗਾ ਨਗਰ ਤੋਂ, ਸਿਮਰਜੀਤ ਸਿੰਘ ਜੀ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹਾਂਗੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਜੀਤ ਜੀ ਆਪਣੀ ਪਰਫਾਰਮੈਂਸ ਵੇਖਣਾ ਚਾਹੋਗੇ? ਹਾਂਜੀ। ਇੱਕ ਨਜ਼ਰ ਤੁਹਾਡੀ ਪਰਫਾਰਮੈਂਸ। अपने कर्म की गत मैं क्या जानूं, मैं क्या जानूं बाबा रे, मैं क्या जानूं बाबा रे, मैं क्या जानूं बाबा रे। ਕਾਫੀ ਬਿਹਤਰੀਨ ਪਰਫਾਰਮੈਂਸ ਸੀਗੀ ਤੁਹਾਡੀ। ਤੁਹਾਡੇ ਕੀ ਵਿਚਾਰ ਨੇ ਆਪਣੀ ਪਰਫਾਰਮੈਂਸ ਬਾਰੇ? जो गुरु साहब ने कराया चंगा ही कराया, और मैं बड़ा धन्नवादी हाँ मेरे अकाल पुरख वाहिगुरू जी का, जिन्हों ने किरपा की इस प्लेटफॉर्म ते आने का मौका बख्शिया, ते मेरे माणयोग गुणी जजिज जिन्हों के सामने परफॉर्म करने का मौका मिले। सो बाकी कमियां थोड़ियां बहुत रह जांदियां, जिवें कि जजिज साहब ने कहा सी कि लास्ट रिदम की थोड़ी जी कोई गलती हुई है। ਚਲੋ ਪੁੱਛਦੇ ਹਾਂ ਰਿਦਮ ਤੋਂ ਇਲਾਵਾ ਕੀ ਹੋਰ ਕੋਈ ਕਮੀਆਂ ਰਹਿ ਗਈਆਂ ਸੀ। ਮੈਂ ਸਭ ਤੋਂ ਪਹਿਲਾਂ ਸੋਢੀ ਸਾਹਿਬ ਤੋਂ ਹੀ ਪੁੱਛਾਂਗੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ। ਹਾਂਜੀ, ਬਹੁਤ ਅੱਛਾ ਗਾਇਆ। ਸਾਨੂੰ ਬੜਾ ਚੰਗਾ ਲੱਗਾ। ਸ਼ਬਦ ਦੀ ਪ੍ਰਧਾਨਤਾ ਤੁਸੀਂ ਕਾਇਮ ਰੱਖੀ। ਪਰ ਮੇਰੇ ਵੀਰ ਹੋਰ ਵੀ ਬਹੁਤ ਅੱਛਾ ਗਾਣ ਵਾਲੇ ਨੇ, ਇਸ ਲਈ ਤੁਹਾਨੂੰ ਹੋਰ ਵੀ ਮਿਹਨਤ ਦੀ ਲੋੜ ਹੈ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਕੋਲੋਂ ਪੁੱਛਣਾ ਚਾਹਾਂਗੀ। ਰਿਦਮ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ, ਉਹ ਤਬਲੇ ਵਾਲੇ ਦਾ ਕਸੂਰ ਸੀ। ਵਾਹਿਗੁਰੂ। ਕੀ ਬਾਤ ਹੈ। ਦੇਖਿਏ ਸਾਰੇ ਜੱਜਸ ਦੀ ਨੂਰਲਾ ਖਾਸੀਅਤ। ਸਾਹਿਬ ਵੀ ਬੈਠੇ ਨੇ, ਇਹਨਾਂ ਵੀ ਨੋਟ ਕੀਤਾ ਸੀ। ਖੁਦ ਤਬਲੇ ਵਾਲੇ ਇੱਥੇ ਹੁੰਦੇ, ਉਹਨਾਂ ਨੂੰ ਵੀ ਪਤਾ ਹੈ ਜੀ। ਬਾਕੀ ਬੜੇ ਦਮਦਾਰ ਆਵਾਜ਼ ਹੈ, ਔਰ ਬੜੀ ਮੰਜੀ ਹੋਈ ਆਵਾਜ਼ ਹੈ, ਔਰ ਇੱਕ ਪਰਪੱਕ ਕੀਰਤਨੀਆਂ ਦੀ ਤਰ੍ਹਾਂ ਇਹਨਾਂ ਨੇ ਪੇਸ਼ਕਾਰੀ ਕੀਤੀ ਹੈ। ਜਿਵੇਂ ਅਸੀਂ ਆਸ ਰੱਖਦੇ ਹਾਂ ਕਿ ਅਸੀਂ ਚੰਗੇ ਕੀਰਤਨੀਏ ਦੇਣੇ ਆ ਕੌਮ ਨੂੰ, ਤੇ ਇਹ ਹੋਰ ਮਿਹਨਤ ਕਰਨਗੇ ਤੇ ਮੇਰਾ ਖਿਆਲ ਉਹ ਅਧੂਰਾ ਨਹੀਂ ਰਹੇਗਾ। ਮੈਂ KS ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ। ਮੈਂ ਇਹਨਾਂ ਨੂੰ ਪਹਿਲੇ ਹੀ ਦੱਸ ਦਿੱਤਾ ਹੈ ਕਿ ਇਹ ਬਹੁਤ ਅੱਛਾ ਗਾਏ ਨੇ। ਅੱਛੇ ਗਾਉਣ ਦਾ ਮਤਲਬ ਇਹ ਹੋਈ ਹੈ ਕਿ ਅੱਛਾ ਗਾਏ ਨੇ। ਅਗਰ ਉਹਦੀ ਕੋਈ ਗਲਤੀ ਹੁੰਦੀ ਤਾਂ ਅਸੀਂ ਜ਼ਰੂਰ ਦੱਸ ਦਿੰਦੇ। ਮੈਂ ਉਸ ਵੇਲੇ ਹੀ ਦੱਸ ਦਿੰਦਾ ਕਿ ਹਾਂ ਇਹ ਗਲਤੀ ਇਹਦੇ ਵਿੱਚ ਆਈ ਹੈ। ਇਹਨੇ ਕੋਈ ਗਲਤੀ ਨਹੀਂ ਕੀਤੀ, ਤਾਂ ਮੈਂ ਤੈਨੂੰ ਇਹ ਸਲਾਹ ਦੇ ਰਿਹਾ ਕਿ ਤੂੰ ਅੱਛਾ ਕੀਰਤਨੀਆ ਬਣੇਗਾ, ਔਰ ਵਾਹਿਗੁਰੂ ਕਰੇ ਤੂੰ ਕਾਮਯਾਬ ਹੋ ਜਾਏ। ਬਹੁਤ ਖੂਬ। ਆਲ ਦ ਬੈਸਟ ਟੂ ਯੂ ਜੀ। ਇਸੇ ਤਰ੍ਹਾਂ ਅੱਗੇ ਪਰਫਾਰਮ ਕਰਦੇ ਰਹੋ। ਆਲ ਦ ਬੈਸਟ ਟੂ ਯੂ ਜੀ। ਗੰਗਾ ਨਗਰ ਤੋਂ ਬਾਅਦ ਆਏ ਸਾਡੇ ਅਗਲੇ ਕੰਟੈਸਟੈਂਟ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਲੇਕਿਨ ਉਹ ਜਲੰਧਰ ਤੋਂ ਵੀ ਬਿਲੋਂਗ ਕਰਦੇ ਨੇ। ਮੈਂ ਗੱਲ ਕਰ ਰਹੀ ਹਾਂ ਗੁਰਪ੍ਰੀਤ ਸਿੰਘ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਇੱਕ ਨਜ਼ਰ ਤੁਹਾਡੀ ਪਰਫਾਰਮੈਂਸ ਵੀ ਵੇਖੀਏ ਜੀ। ਇੱਕ ਨਜ਼ਰ। कत जाइए रे घर लागो रंग, कत जाइए रे घर लागो रंग, मेरा चित ना चले मन भयो पंग, मेरा चित ना चले मन भयो पंग, कत जाइए रे। ਗੁਰਪ੍ਰੀਤ ਸਿੰਘ ਜੀ, ਯਾਦਾਂ ਤਾਜ਼ੀਆਂ ਹੋ ਗਈਆਂ ਨੇ, ਫਿਰ ਆਨੰਦ ਆਉਣਾ ਸ਼ੁਰੂ ਹੋ ਗਿਆ ਸੀ। ਇੱਦਾਂ ਲੱਗ ਰਿਹਾ ਸੀ ਕਿ ਬਸ ਸੁਣਦੇ ਹੀ ਜਾਈਏ, ਲੇਕਿਨ ਰਿਜ਼ਲਟ ਐਪੀਸੋਡ ਹੈ। ਮੁਕਾਬਲੇ ਦੇ ਵਿੱਚ ਅਗਲੀ ਸਟੇਜ ਵਿੱਚ ਵੀ ਪਹੁੰਚਣਾ ਅਸੀਂ, ਤੇ ਜੱਜਸ ਕੋਲੋਂ ਪੁੱਛਦੇ ਹਾਂ ਤੁਹਾਡੀ ਪਰਫਾਰਮੈਂਸ ਦੇ ਬਾਰੇ। ਮੈਂ ਸਭ ਤੋਂ ਪਹਿਲਾਂ ਸੋਢੀ ਸਾਹਿਬ ਕੋਲੋਂ ਪੁੱਛਣਾ ਚਾਹਾਂਗੀ, ਕਿੱਦਾਂ ਦੀ ਲੱਗੀ ਇਹਨਾਂ ਦੀ ਪਰਫਾਰਮੈਂਸ? ਨਿੰਮੀ ਜੀ, ਗੁਰਪ੍ਰੀਤ ਸਿੰਘ ਹੁਣਾਂ ਨੇ ਵੀ ਬਹੁਤ ਅੱਛਾ ਗਾਇਆ। ਇੱਕ ਤੋਂ ਇੱਕ ਕੀਰਤਨੀਆਂ, ਦੂਜਾ ਚੜ੍ਹਦੀ ਕਲਾ ਵਿੱਚ ਹੈ। ਹੋਰ ਵੀ ਅੱਛਾ ਇਹਨਾਂ ਨੇ, ਜਿਹੜਾ ਮੈਂ ਇਹਨਾਂ ਨੂੰ ਸਵਾਲ ਕੀਤਾ ਬੜਾ ਔਖਾ ਸੀ,
ਬੜਾ ਹੀ ਸੌਖੇ ਸ਼ਬਦਾਂ ਵਿੱਚ ਇਹਨਾਂ ਨੇ ਜਵਾਬ ਦਿੱਤਾ। ਪੜਤਾਲ ਹਾਂਜੀ, ਦਾ ਸਵਾਲ ਬੜਾ ਤੁਸੀਂ ਔਖਾ ਪੁੱਛਿਆ ਸਵਾਲ ਸੀਗਾ। ਸੀ ਜੀ ਜੀ ਤੇ ਬੜਾ ਸੋਹਣਾ ਜਵਾਬ ਦਿੱਤਾ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਜਿਵੇਂ ਕਿ ਸਾਡਾ ਸਾਰਿਆਂ ਦਾ ਇੱਕ ਯਤਨ ਹੈ ਕਿ ਅਸੀਂ ਚੰਗਾ ਕੀਰਤਨੀਆ ਕੋਈ ਲੱਭ ਸਕੀਏ, ਔਰ ਕੌਮ ਨੂੰ ਚੰਗੇ ਕੀਰਤਨੀਆਂ ਦੀ ਸਦਾ ਹੀ ਕਮੀ ਮਹਿਸੂਸ ਹੁੰਦੀ ਹੈ। ਉਂਝ ਤਾਂ ਬਹੁਤ ਕੀਰਤਨੀਏ ਨੇ, ਪਰ ਕਾਫੀ ਅੱਛੇ ਅੰਦਾਜ਼ ਨਾਲ ਇਹਨਾਂ ਨੇ ਪੈ ਭਾਵਨੀ ਵਿੱਚ ਕੀਰਤਨ ਗਾਇਨ ਕੀਤਾ। ਅੱਜ ਦਾ ਇਹਨਾਂ ਦਾ ਜਿਹੜੀ ਇਹਨਾਂ ਦੀ ਪਰਫਾਰਮੈਂਸ ਸੀ ਉਹ ਬਹੁਤ ਹੀ ਵਧੀਆ ਸੀ, ਉਮਦਾ ਸੀ, ਜਿਹਦੇ ਵਿੱਚ ਇਹਨਾਂ ਨੇ ਨਿਰਧਾਰਤ ਰਾਗ ਨੂੰ ਚੁਣ ਕੇ ਚੰਗੇ ਤਰੀਕੇ ਨਾਲ ਪੇਸ਼ਕਾਰੀ ਕੀਤੀ ਹੈ। ਤੇ ਐਸੇ ਕੀਰਤਨੀਆਂ ਲਈ ਪੰਥ ਵਿੱਚ ਹਮੇਸ਼ਾ ਹੀ ਇੱਜ਼ਤ ਹੈ ਔਰ ਬਾਹਾਂ ਫੈਲਾ ਕੇ ਪੰਥ ਤੱਕਦਾ ਹੈ। ਪਰ ਇੱਥੇ ਹੀ ਸਾਰਾ ਕੁਝ ਨਹੀਂ, ਅਜੇ ਅਗਲੇ ਸਾਡੇ ਰਾਊਂਡ ਬੜੇ ਪਏ ਨੇ, ਹੋਰ ਵੀ ਮਿਹਨਤ ਦੀ ਲੋੜ ਹੈ। ਬਿਲਕੁਲ। ਤੇ ਇਹ ਨਹੀਂ ਕਿ ਇਹ ਅੱਜ ਦੀ ਪਰਫਾਰਮੈਂਸ ਅੱਛੀ ਹੈ ਤੇ ਮਿਹਨਤ ਨਾ ਕਰਨ, ਕੱਲ੍ਹ ਨੂੰ ਕੋਈ ਜਿਹਨੇ ਕੋਈ ਜ਼ਿਆਦਾ ਵਧੀਆ ਪਰਫਾਰਮੈਂਸ ਨਹੀਂ ਕੀਤੀ ਹੋਰ ਵੀ ਜ਼ਿਆਦਾ ਵਧੀਆ ਕਰ ਸਕਦਾ ਹੈ। ਸੋ ਇਹ ਦੇਖਣ ਕਿ ਇਹ ਇੱਕ ਮੁਕਾਬਲਾ ਚੱਲ ਰਿਹਾ ਹੈ, ਇਸ ਦੌਰਾਨ ਢਿੱਲੇ ਪੈਣ ਦੀ ਲੋੜ ਨਹੀਂ। ਮੈਂ ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ ਇਹਨਾਂ ਦੀ ਪਰਫਾਰਮੈਂਸ ਬਾਰੇ। ਗੁਰਪ੍ਰੀਤ ਸਿੰਘ ਜੀ ਨੇ ਕਿੱਦਾਂ ਪਰਫਾਰਮ ਕੀਤਾ? ਇਹਨਾਂ ਨੇ ਬਹੁਤ ਵਧੀਆ ਗਾਇਆ ਹੈ, ਬਹੁਤ ਪਿਆਰ ਨਾਲ ਗਾਇਆ ਔਰ ਬਹੁਤ ਮਿੱਠਾ ਗਾਇਆ, ਕੋਈ ਸ਼ੱਕ ਨਹੀਂ। ਅਸੀਂ ਇਸ ਬਾਰੇ ਨਹੀਂ ਕਹਾਂਗੇ ਕਿ ਇਹਦੇ 'ਚ ਕੋਈ ਗਲਤੀ ਸੀ ਜਾਂ ਕੁਝ ਨਹੀਂ, ਲੇਕਿਨ ਜਿਹੜੀਆਂ ਕਮੀਆਂ ਹਨ ਉਹ ਉਹਨਾਂ ਨੂੰ ਖੁਦ ਹੀ ਪਤਾ ਹੈ ਔਰ ਉਹ ਖੁਦ ਹੀ ਅਗਲੇ ਟੈਸਟ ਵਾਸਤੇ, ਕਿਉਂਕਿ ਇਹ ਤਾਂ ਅਜੀ ਚੱਲਣਾ ਹੈ ਨਾ, ਕਿੰਨੀ ਵਾਰ ਤੁਸੀਂ ਆਉਣਾ ਹੈ, ਕਿੰਨੇ ਸ਼ਬਦ ਚਾਹੀਦੇ ਨੇ, ਕਿੰਨਾ ਰਿਆਜ਼ ਚਾਹੀਦਾ ਹੈ, ਇਹ ਹੁਣ ਤੁਸੀਂ ਕਰੋਗੇ ਤੇ ਲੈ ਜਾਓਗੇ ਕੁਝ ਇੱਥੋਂ, ਬਸ ਇਹ ਤੁਸੀਂ ਕਰਨਾ। ਆਲ ਦ ਬੈਸਟ ਟੂ ਯੂ ਗੁਰਪ੍ਰੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ ਤੋਂ ਬਾਅਦ ਸਾਡੇ ਅਗਲੇ ਕੰਟੈਸਟੈਂਟ ਜੋ ਇੱਥੇ ਆਏ ਮਨਿੰਦਰ ਸਿੰਘ ਜੀ, ਤੇ ਆਓ ਫਿਰ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇੱਥੇ ਸੱਦਾ ਦਿੰਦੇ ਆ। ਮਨਿੰਦਰ ਸਿੰਘ ਜੀ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ ਜੀ, ਆਪਣੀ ਪਰਫਾਰਮੈਂਸ ਵੇਖਣਾ ਚਾਹੋਗੇ? ਹਾਂਜੀ ਬਿਲਕੁਲ। ਵੇਖ ਕੇ ਕੀ ਕਰੋਗੇ? ਆਨੰਦ ਮਾਣੋਗੇ ਜਾਂ ਕਮੀਆਂ ਕੱਢੋਗੇ? ਦੇਖੋ ਦਿਖਾਉਂਦੇ ਹਾਂ ਤੁਹਾਨੂੰ ਇੱਕ ਨਜ਼ਰ ਤੁਹਾਡੀ ਪਰਫਾਰਮੈਂਸ। को तू ना बिसार, तू ना बिसार, तू ना बिसारे रामैया। ਮਨਿੰਦਰ ਜੀ, ਕਿਸ ਤਰ੍ਹਾਂ ਲੱਗੀ ਆਪਣੀ ਪਰਫਾਰਮੈਂਸ ਤੁਹਾਨੂੰ? ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਮੈਨੂੰ ਇੱਥੇ ਕੀਰਤਨ ਕਰਦੇ ਸਮੇਂ ਡਰ ਬਿਲਕੁਲ ਨਹੀਂ ਲੱਗਿਆ। ਡਰ ਨਹੀਂ ਲੱਗਿਆ? ਨਹੀਂ, ਉਹਦਾ ਵੀ ਇੱਕ ਕਾਰਨ ਹੈ। ਪਾਪਾ ਮੇਰੇ ਗੁਰਦੁਆਰਾ ਸਾਧ ਸੰਗਤ ਸੈਨਿਕ ਵਿਹਾਰ ਵਿੱਚ ਕੀਰਤਨ ਕਰਦੇ ਹਨ ਜੀ। ਸਰਦਾਰ ਬਲਜਿੰਦਰ ਸਿੰਘ ਉਹਨਾਂ ਦਾ ਨਾਮ ਹੈ ਜੀ। ਤੇ ਮੈਂ ਉਹਨਾਂ ਦੇ ਨਾਲ ਸਾਈਡ ਤੇ ਤਬਲਾ ਵਜਾਉਣਾ ਕਿ ਤੇ ਉੱਥੇ ਵੀ ਕਦੀ ਰੋਜ਼ ਸਵੇਰੇ ਜਾਂ ਸ਼ਾਮੀ ਇੱਕ ਸ਼ਬਦ ਦੀ ਹਾਜ਼ਰੀ ਮਿਲ ਹੀ ਜਾਂਦੀ ਹੈ। ਇਸ ਕਰਕੇ ਮੈਨੂੰ ਉੱਥੇ ਡਰ ਨਹੀਂ ਲੱਗਿਆ ਤੇ ਬਹੁਤ ਆਨੰਦ ਆਇਆ ਕੀਰਤਨ ਕਰਕੇ ਮੈਨੂੰ ਇੱਥੇ। ਆਨੰਦ ਆਇਆ? ਹਾਂਜੀ, ਬਹੁਤ ਆਨੰਦ ਆਇਆ। ਬਹੁਤ ਵਧੀਆ ਜੀ। ਮੈਂ ਪੁੱਛਣਾ ਚਾਹਾਂਗੀ ਭਾਈ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ ਜੀ ਕੋਲੋਂ। ਸੋਢੀ ਸਾਹਿਬ, ਕਿਸ ਤਰ੍ਹਾਂ ਦੀ ਲੱਗੀ ਇਹਨਾਂ ਦੀ ਪਰਫਾਰਮੈਂਸ? ਇਹਨਾਂ ਨੇ ਇੱਕ ਗੱਲ ਤੇ ਕਹਿ ਦਿੱਤੀ ਕਿ ਇਹਨਾਂ ਨੂੰ ਇੱਥੇ ਡਰ ਬਿਲਕੁਲ ਨਹੀਂ ਲੱਗਿਆ, ਜੋ ਕਾਫੀ ਚੰਗੀ ਗੱਲ ਹੈ। ਡਰਨ ਦੀ ਲੋੜ ਵੀ ਨਹੀਂ ਹੈ, ਗੁਰੂ ਦੀ ਬਾਣੀ ਗਾਈਏ, ਕਾਹਦੇ ਵਾਸਤੇ ਡਰਨਾ ਹੈ। ਬਹੁਤ ਅੱਛੇ ਤੁਹਾਡੇ ਖਿਆਲ ਨੇ, ਬਹੁਤ ਚੰਗਾ ਤੁਸੀਂ ਗਾਇਆ, ਆਵਾਜ਼ ਵੀ ਤੁਹਾਡੀ ਪਿਆਰੀ ਹੈ। ਮੇਰੀ ਸਲਾਹ ਹੋਰ ਰਿਆਜ਼ ਕਰੋ। ਹਾਂਜੀ ਬਿਲਕੁਲ। ਤੇ ਗੁਰੂ ਕਿਰਪਾ ਕਰੇਗਾ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਗੁਰੂ ਦੀ ਮਿਹਰ ਸਦਕਾ ਤੁਸੀਂ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਔਰ ਰੱਬ ਦੀ ਕਿਰਪਾ ਸੀ। ਰੱਬ ਦੀ ਕਿਰਪਾ ਸੀ, ਬਿਲਕੁਲ ਜੀ। ਕੋਈ ਵੀ ਇੱਥੇ ਡਰਾ ਨਹੀਂ ਰਿਹਾ, ਡਰਨ ਦੀ ਲੋੜ ਵੀ ਨਹੀਂ। ਆਪਾਂ ਕੋਈ ਗਲਤ ਕੰਮ ਤੇ ਕਰ ਨਹੀਂ ਰਹੇ, ਬਿਲਕੁਲ ਜੀ। ਉਸ ਦੀ ਉਸਤਤ ਕਰ ਰਹੇ ਹਾਂ, ਉਸ ਦਾ ਜਸ ਹੈ, ਉਸ ਦੀ ਕੀਰਤੀ ਹੈ ਔਰ ਮਿਹਨਤ ਕਰੋ। ਵੈਸੇ ਵੀ ਸ਼ਬਦ ਪੜ੍ਹਨ ਨਾਲ ਤੇ ਡਰ ਰਹਿੰਦਾ ਹੀ ਨਹੀਂ। ਗੁਰੂਆਂ ਦਾ ਸਾਥ, ਉਹਨਾਂ ਦੀ ਬਾਣੀ ਦਾ ਜਦ ਸਾਥ ਹੋਵੇ, ਉਹ ਹੌਸਲੇ ਆਪਣੇ ਵੱਜ ਜਾਂਦੇ ਨੇ। ਤੁਸੀਂ ਉਹ ਕੰਮ ਕਰਦੇ ਹੋ, ਸੋ ਮਿਹਨਤ ਕਰੋ, ਪਾਤਸ਼ਾਹ ਬਖਸ਼ਿਸ਼ ਕਰੇ। ਨਰੂਲਾ ਜੀ ਕੋਲੋਂ ਪੁੱਛਣਾ ਚਾਹਾਂਗੀ ਕਿ ਇਹਨਾਂ ਦੀ ਕਿਸ ਤਰ੍ਹਾਂ ਦੀ ਰਹੀ ਪਰਫਾਰਮੈਂਸ? ਬਹੁਤ ਅੱਛੀ ਸੀ। ਸੋ ਤੁਸੀਂ ਇਸ ਚੀਜ਼ ਨੂੰ ਛੱਡਣਾ ਨਹੀਂ, ਬਸ ਰਿਆਜ਼ ਰੱਖੋ ਤੇ ਆਪਣਾ ਅੱਗੋਂ ਤਰੱਕੀਆਂ ਕਰੋ। ਆਪ ਜੀ ਵੱਡਿਆਂ ਦਾ ਆਸ਼ੀਰਵਾਦ ਹੋਣਾ ਚਾਹੀਦਾ ਜੀ। ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਰਿਜ਼ਲਟ ਦੇ ਲਈ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ। ਮਨਿੰਦਰ ਸਿੰਘ ਜੀ ਤੋਂ ਬਾਅਦ ਵਾਰੀ ਆਂਦੀ ਸੀਗੀ ਬਲਪ੍ਰੀਤ ਸਿੰਘ ਜੀ ਦੀ। ਜੀ ਹਾਂ, ਸਾਡੇ 9ਵੇਂ ਮੇਲ ਕੰਟੈਸਟੈਂਟ, ਲੇਕਿਨ ਕਿਸੇ ਕਾਰਨਵਸ਼ ਉਹ ਇਸ ਪ੍ਰਤੀਯੋਗਿਤਾ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ ਸੀ, ਆਪਣੀ ਹਾਜ਼ਰੀ ਨਹੀਂ ਭਰ ਪਾਏ ਸੀ ਤੇ ਇਸ ਕਰਕੇ ਮੁਕਾਬਲਾ ਹੋਇਆ ਸਿਰਫ 8 ਸਿੰਘ ਵੀਰਾਂ ਦੇ ਵਿਚਕਾਰ। ਤੇ ਦਰਸ਼ਕੋ, ਹੁਣ ਵੇਲਾ ਆ ਗਿਆ ਕਿ ਸਾਨੂੰ ਪਤਾ ਚੱਲੇ ਕੀ ਰਿਜ਼ਲਟ ਹੈ। ਰਿਜ਼ਲਟ ਦੇ ਲਈ ਕਰਾਵਾਂਗੇ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਵੇਖਦੇ ਰਹੋ ਚੈਨਲ MH1।
ਬ੍ਰੇਕ ਤੋਂ ਬਾਅਦ ਮੈਂ ਨਿਮੀ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ। ਆਪ ਸਭ ਜੀ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਪਹਿਲੇ ਸੈਮੀਫਾਈਨਲ ਦੇ ਰਿਜ਼ਲਟ ਐਪੀਸੋਡ ਵਿੱਚ। ਜੀ ਹਾਂ, ਤੁਸੀਂ ਆਨੰਦ ਮਾਣਿਆ ਸੈਮੀਫਾਈਨਲਸ ਦੇ 2 ਐਪੀਸੋਡ ਦਾ। ਪਹਿਲੇ ਐਪੀਸੋਡ ਵਿੱਚ ਸਾਡੀਆਂ ਭੈਣਾਂ ਇੱਥੇ ਆ ਕੇ ਪਰਫਾਰਮ ਕਰਕੇ ਗਈਆਂ ਤੇ ਦੂਜੇ ਐਪੀਸੋਡ ਦੇ ਵਿੱਚ ਸਾਡੇ ਸਿੰਘ ਵੀਰ ਇੱਥੇ ਆ ਕੇ ਪਰਫਾਰਮ ਕਰਕੇ ਗਏ ਸੀਗੇ। ਉਹ ਸਮਾਂ ਆ ਗਿਆ ਜਦ ਸਾਨੂੰ ਰਿਜ਼ਲਟ ਦਾ ਪਤਾ ਚੱਲੇ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚੋਂ, ਇਹਨਾਂ ਬੀਬੀਆਂ ਦੇ ਵਿੱਚੋਂ ਇੱਕ ਭੈਣ ਸਾਡੀ ਅੱਜ ਮੁਕਾਬਲੇ ਤੋਂ ਬਾਹਰ ਹੋਵੇਗੀ। ਉਸੇ ਤਰ੍ਹਾਂ ਸਾਡੇ 9 ਸਿੰਘ ਵੀਰਾਂ ਦੇ ਵਿੱਚੋਂ ਕਿਸੇ ਇੱਕ ਨੇ ਬਾਹਰ ਹੋਣਾ ਹੈ। ਉਹ ਕੌਣ ਹੋਏਗਾ ਇੱਕ ਬਾਰ? ਸਾਡੇ ਜੱਜਸ ਨੇ ਫੈਸਲਾ ਤਿਆਰ ਕਰ ਲਿੱਤਾ ਹੈ ਤੇ ਆਓ ਫਿਰ ਸਮੇਂ ਨਹੀਂ ਗਵਾਉਂਦੇ ਹਾਂ, ਸਾਡੇ ਜੱਜਸ ਕੋਲੋਂ ਹੀ ਪੁੱਛਦੇ ਹਾਂ ਕਿ ਉਹਨਾਂ ਨੇ ਕੀ ਫੈਸਲਾ ਤਿਆਰ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਸਿੰਘ ਵੀਰਾਂ ਦੇ ਬਾਰੇ ਪੁੱਛਣਾ ਚਾਹਾਂਗੀ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ ਕੋਲੋਂ। ਮੈਂ ਪਹਿਲਾਂ ਤੇ ਆਖਾਂ ਸਾਰੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਕੀਰਤਨ ਦੀ ਦਾਤ ਮਿਲੀ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਪਰਮਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਤੁਹਾਡੇ ਕੋਲ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪਰਮਿੰਦਰ ਸਿੰਘ ਜੀ ਨੂੰ ਬੁਲਾਇਆ, ਦੱਸੋਗੇ ਤੁਸੀਂ ਇਹਨਾਂ ਨੂੰ ਕਿਉਂ ਬੁਲਾਇਆ, ਕਿਸ ਤਰ੍ਹਾਂ ਦੀ? ਪਰਮਿੰਦਰ ਸਿੰਘ ਜੀ, ਪਹਿਲਾਂ ਮੈਂ ਇਹ ਆਖਾਂ ਵੀ ਇਹ ਜਿਹੜਾ ਮੁਕਾਬਲਾ ਜਿਵੇਂ ਨਿਮੀ ਸਿੰਘ ਬਾਰ-ਬਾਰ ਕਹਿ ਰਹੇ ਨੇ, ਬਾਣੀ ਦਾ ਨਹੀਂ ਹੈ, ਸੁਰਤਾਲ ਦਾ, ਬਾਣੀ ਦੀ ਸ਼ੁੱਧਤਾ ਦਾ। ਦੂਸਰੀ ਗੱਲ ਤੁਹਾਨੂੰ ਮੈਂ ਆਖਾਂ ਵੀ ਤੁਹਾਨੂੰ ਐਡਾ ਵੱਡਾ ਪਲੇਟਫਾਰਮ ਮਿਲਿਆ ਸੀ, ਤੁਸੀਂ ਐਡੀ ਮਿਹਨਤ ਕਰਕੇ ਨਹੀਂ ਆਏ, ਤੁਹਾਨੂੰ ਉਹਨਾਂ ਰਿਆਜ਼ ਰਿਹਰਸਲ ਕਰਨੀ ਚਾਹੀਦੀ ਸੀ। ਸਾਰਾ ਸਿੱਖ ਪੰਥ ਦੇਖ ਰਿਹਾ ਹੈ ਇਸ ਪ੍ਰੋਗਰਾਮ ਨੂੰ, ਸਭ ਨੇ ਦੇਖਣਾ। ਤੁਸੀਂ ਅਲੰਕਾਰ ਬੰਨ੍ਹਦਿਆਂ ਹੋਇਆਂ ਹੀ 5-7 ਰਾਗ ਬਦਲ ਦਿੱਤੇ। ਉਹਦੇ ਵਿੱਚ ਕਲਿਆਣ, ਕਲਾਵਤੀ, ਸੋਰਠ, ਪਹਾੜੀ, ਆਸਾ, ਇੰਨੇ ਰਾਗ ਤੁਸੀਂ ਅਲੰਕਾਰ ਬੰਨ੍ਹਦਿਆਂ ਹੀ ਬਦਲ ਦਿੱਤੇ। ਤੁਹਾਨੂੰ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਸੀ। ਐਡੇ ਮਹਾਨ ਸ਼ਖਸੀਅਤਾਂ ਸਾਡੇ ਨਾਲ ਬੈਠੀਆਂ ਨੇ। KS ਨਰੂਲਾ ਜੀ ਮੈਨੂੰ ਕਹਿ ਰਹੇ ਸਨ ਵੀ ਇਸ ਮੁਕਾਮ ਤੱਕ ਕਿਵੇਂ ਪੁੱਜੇ ਨੇ, ਮੇਰੇ ਨਾਲ ਗਿਲਾ ਕਰ ਰਹੇ ਸਨ। ਤੁਸੀਂ ਇਹ ਚੰਗਾ ਨਹੀਂ ਕੀਤਾ, ਤੁਹਾਨੂੰ ਰਿਹਰਸਲ ਰਿਆਜ਼ ਕਰਕੇ ਆਉਣਾ ਚਾਹੀਦਾ ਸੀ। ਇਹਦੀ ਕੀ ਵਜ੍ਹਾ ਹੈ? ਮੈਂ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਵੀ ਪੁੱਛਣਾ ਚਾਹਾਂਗੀ, ਤੁਹਾਡੇ ਕੀ ਵਿਚਾਰ ਨੇ? ਸੋਢੀ ਸਾਹਿਬ ਠੀਕ ਕਹਿ ਰਹੇ ਨੇ, ਕਿਉਂਕਿ ਜਿੰਨੇ ਸਾਡੇ ਕੋਲ ਬੱਚੇ ਨੇ, ਲੜਕੀਆਂ ਲੜਕੇ, ਅਸੀਂ ਚਾਹਾਂਗੇ ਕਿਸੇ ਨਾਲ ਬੇਇਨਸਾਫੀ ਨਾ ਹੋਵੇ, ਜੋ ਅਸਲੀਅਤ ਉਹ ਸਾਹਮਣੇ ਲਿਆਂਦੀ ਜਾਵੇ, ਕਿਉਂਕਿ ਸਿੱਖ ਸੰਗਤਾਂ ਦੇ ਸਾਹਮਣੇ ਸਾਰੀ ਇਹ ਗੱਲ ਆਉਣੀ ਹੈ। ਅਤੇ ਵੈਸੇ ਵੀ ਅਸੀਂ ਇੱਕ ਕੀਰਤਨੀ ਹੋਣ ਦੇ ਨਾਤੇ ਕਹਿੰਦੇ ਹਾਂ ਕਿ ਜਿਹੜਾ ਵੀ ਫੈਸਲਾ ਹੋਵੇ ਉਹ ਬਿਲਕੁਲ ਸੱਚ ਦੇ ਆਧਾਰ 'ਤੇ ਹੋਵੇ ਜੀ, ਉਹਦੇ ਵਿੱਚ ਕੋਈ ਅਜਿਹੀ ਗੱਲ ਨਾ ਹੋਵੇ। ਸੋ ਮੈਂ ਵੀ ਇਹਨਾਂ ਨੂੰ ਤੱਕਿਆ ਕਿ ਇਹਨਾਂ ਨੂੰ ਜਿਸ ਤਰੀਕੇ ਨਾਲ ਤਿਆਰੀ ਨਾਲ ਆਉਣਾ ਚਾਹਦੇ ਆਏ ਨਹੀਂ ਇਹ, ਔਰ ਮੈਂ ਸਮਝਦਾ ਕਿ ਕਾਫੀ ਮੁਸ਼ਕਿਲ ਹੈ ਇਹਨਾਂ ਨੂੰ ਅਗਲੇ ਰਾਊਂਡ ਵਿੱਚ ਆਉਣ ਲਈ, ਬਹੁਤ ਤਿਆਰੀ ਦੀ ਲੋੜ ਹੈ। ਪਰ ਫਿਲਹਾਲ ਅਸੀਂ ਜੋ ਤੱਕ ਰਹੇ ਹਾਂ ਇਹਨਾਂ ਵੱਲ, ਉਹ ਕੋਈ ਬਹੁਤੇ ਚੰਗੇ ਅਸਾਰ ਨਹੀਂ। ਅਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜ਼ਿਆਦਾ ਧਿਆਨ ਦੇਣ, ਜਰਾ ਧਿਆਨ ਦੇਣ। ਅਤੇ ਮਤਲਬ ਇਹਨਾਂ ਨੂੰ ਅਸੀਂ ਮੁਕਾਬਲੇ ਤੋਂ ਬਾਹਰ ਸਮਝੀਏ ਜਾਂ ਕਿਸ ਬੇਸਿਸ 'ਤੇ ਇੱਥੇ ਆਏ ਨੇ? ਸੋ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੇ ਇਹਨਾਂ ਦੇ ਅਸਾਰ ਹੈ ਉਹ ਕੁਝ ਜ਼ਿਆਦਾ ਵਧੀਆ ਨਹੀਂ। ਸੋ ਅਗਲੇ ਜੋ ਸਾਡੇ ਉਮੀਦਵਾਰ ਨੇ ਉਸਤਾਦ ਜਸਵਿੰਦਰਪਾਲ ਸਿੰਘ ਜੀ ਨੇ, ਮੈਂ ਉਹਨਾਂ ਨੂੰ ਹੀ ਬੁਲਾਉਣਾ ਚਾਹਾਂਗਾ। ਜਸਵਿੰਦਰਪਾਲ ਸਿੰਘ ਜੀ ਵੀ ਇੱਥੇ ਆਉਣਗੇ, ਮੈਂ ਗੁਜ਼ਾਰਿਸ਼ ਕਰਾਂਗੀ ਇੱਥੇ ਆਉਣ। ਇਹਨਾਂ ਦੇ ਸਿਰ 'ਤੇ ਵੀ ਕਾਫੀ ਖਤਰਾ ਮੰਡਰਾਉਂਦਾ ਹੈ, ਇਹਨਾਂ ਨੂੰ ਵੀ ਚੌਕੰਨੇ ਹੋਣ ਦੀ ਲੋੜ ਹੈ, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਸੀ ਉਸ ਉਮੀਦ 'ਤੇ ਖਰੇ ਨਹੀਂ ਉਤਰੇ। ਜਿਵੇਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਵਿੱਚੋਂ ਕੀਰਤਨੀਏ ਬੀਬੀਆਂ ਜਾਂ ਵੀਰ, ਜਿਨ੍ਹਾਂ ਵਿੱਚੋਂ ਅੱਛੇ ਕੀਰਤਨੀ ਚੁਣਨੇ ਆ ਜੀ, ਜਿਹੜੇ ਜਿਨ੍ਹਾਂ ਨੂੰ ਪੰਥ ਪਸੰਦ ਕਰੇ ਜੀ, ਇਹਨਾਂ ਵਿੱਚੋਂ ਸਾਨੂੰ ਦਿਸ ਨਹੀਂ ਰਹੇ। ਜੀ, ਇਹ ਤਾਂ ਸਾਨੂੰ ਪਤਾ ਚੱਲਿਆ ਸੋਢੀ ਸਾਹਿਬ ਕੋਲੋਂ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ। ਮੈਂ ਜਨਾਬ KS ਨਰੂਲਾ ਜੀ ਕੋਲੋਂ ਹੀ ਪੁੱਛਣਾ ਚਾਹਾਂਗੀ, ਉਹਨਾਂ ਦੇ ਕੀ ਵਿਚਾਰ ਨੇ? ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਹੁਣ ਤੁਸੀਂ ਇਸ ਗੱਲ ਨੂੰ ਕੀ ਸਮਝਦੇ ਹੋ, ਜਾਂ ਤੁਹਾਨੂੰ ਕਿਵੇਂ ਲੱਗੇਗਾ ਕਿ ਅਗਰ ਤੁਸੀਂ ਇੱਥੇ ਅਗਲੇ ਐਪੀਸੋਡ 'ਤੇ ਨਹੀਂ ਆਉਂਦੇ ਤਾਂ? ਹਾਂਜੀ, ਜਿਵੇਂ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਮੈਂ ਇਸ ਕੰਪੀਟੀਸ਼ਨ 'ਚ ਰਹਾਂ ਜਾਂ ਨਾ ਰਹਾਂ, ਪਰ ਇੱਥੇ ਆ ਕੇ ਜੋ ਮੈਨੂੰ ਸਿੱਖਣ ਨੂੰ ਮਿਲਿਆ ਉਹ ਮੈਂ ਤਾਉਮਰ ਯਾਦ ਰੱਖਾਂਗਾ ਅਤੇ ਹਮੇਸ਼ਾ ਆਪਣੇ ਅੰਦਰ ਇੰਪਰੂਵਮੈਂਟ ਦੀ ਜੋ ਵੀ ਸਕੋਪ ਹੈਗਾ ਉਸ ਦੇ ਮੁਤਾਬਿਕ ਵੱਧ ਤੋਂ ਵੱਧ ਰਿਆਜ਼ ਕਰਾਂਗਾ ਅਤੇ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ। ਬਿਲਕੁਲ ਠੀਕ ਹੈ। ਹਾਂਜੀ, ਤੁਹਾਡਾ ਕੀ ਵਿਚਾਰ ਹੈ? ਸਰ ਖਿਆਲ ਇਹੀ ਹੈ ਵੀ ਹੁਣ ਅੱਗੇ ਰਾਊਂਡ 'ਚ ਨਾ ਜਾਈਏ, ਭਾਵੇਂ ਨਾ ਜਾਈਏ, ਹੋਰ ਰਿਆਜ਼ ਕਰਕੇ ਜੋ ਕਮੀਆਂ ਹੈ ਕੀਰਤਨ ਦੇ ਵਿੱਚ
ਉਹਨਾਂ ਨੂੰ ਦੂਰ ਕਰਾਂਗੇ। ਹਾਂਜੀ ਬਸ ਇਹੀ ਤੁਸੀਂ ਸੋਚ ਰਹੇ ਕਿ ਅਸੀਂ ਕਮੀਆਂ ਨੂੰ ਦੂਰ ਕਰਨਾ ਹੈ, ਹਾਂਜੀ ਤਾਂ ਕਿ ਕੋਸ਼ਿਸ਼ ਰਵੇ। ਹੋ ਸਕਦਾ ਹੈ ਕਿ ਤੁਸੀਂ ਫਿਰ ਵਾਪਸ ਆ ਜਾਓ। ਅੱਛਾ, ਹਾਲੇ ਤੱਕ ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਅੱਜ ਦਾ ਰਿਜ਼ਲਟ ਕੀ ਹੋਣਾ ਹੈ। ਮਤਲਬ ਜਿਨ੍ਹਾਂ ਨੇ ਮਤਲਬ ਇਹਨਾਂ ਸਾਰਿਆਂ ਦੇ ਵਿੱਚੋਂ ਜੋ ਸਭ ਤੋਂ ਕਮਜ਼ੋਰ ਤੁਸੀਂ ਮੰਨੋਗੇ ਜਿਨ੍ਹਾਂ ਨੇ ਅੱਜ ਜਿਨ੍ਹਾਂ ਦੀ ਗਾਇਕੀ ਰਹੀ ਹੈ, ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਕੀ ਹੈਗੇ ਨੇ? ਬਿਕਰਮਜੀਤ ਸਿੰਘ ਨੂੰ ਮੈਂ ਬੁਲਾਉਣਾ ਚਾਹਾਂਗਾ। ਬਿਕਰਮਜੀਤ ਸਿੰਘ ਬਿਕਰਮ ਜੀ। ਜੀ, ਬਿਕਰਮ ਜੀ ਦੀ ਇਹ ਵੀ ਸਿਰ ਤੇ ਲੱਗਦਾ ਹੈ ਖਤਰਾ ਮੰਡਰਾ ਰਿਹਾ। ਜੇ 3 ਇਕੱਠੇ ਖੜੇ ਕਰ ਦਿੱਤੇ ਨੇ ਤੇ ਮਤਲਬ ਜਿਨ੍ਹਾਂ ਦੀ ਉਮੀਦ ਹੈ ਬਾਹਰ ਹੋਣ ਦੀ, ਜਿਨ੍ਹਾਂ ਵਿੱਚੋਂ। ਬਿਕਰਮਜੀਤ ਸਿੰਘ ਜੀ, ਤੁਹਾਡਾ ਕੀ ਵਿਚਾਰ ਹੈ ਹੁਣ? ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਮੈਂ ਅੱਜ ਖੁਦ ਵੀ ਆਪਣੀ ਪਰਫਾਰਮੈਂਸ ਤੋਂ ਇੰਨਾ ਸੈਟੀਸਫਾਈ ਨਹੀਂ ਹੈਗਾ ਅਤੇ ਕਾਫੀ ਜ਼ਿਆਦਾ ਮੈਨੂੰ ਹੁਣ ਤਾਈਆਂ ਲੱਗੀਆਂ ਆਪਣੇ 'ਚ। ਮੈਂ ਤੁਹਾਨੂੰ ਦੱਸਿਆ ਵੀ ਕਿਸੇ ਕਾਰਨ ਕਰਕੇ ਕੁਛ ਮੇਰੀ ਸਿਹਤ ਵੀ ਠੀਕ ਨਹੀਂ, ਅਤੇ ਜਿਸ ਕਰਕੇ ਮੈਂ ਥੋੜ੍ਹਾ ਜਿਹੜਾ ਉਹਦਾ ਬੈਲੈਂਸ ਨਹੀਂ ਬਣਾ ਸਕਿਆ। ਅਤੇ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਅੱਗੇ ਵਾਸਤੇ ਕਦੇ ਵੀ ਆਪ ਜੀ ਅਗਰ ਮੈਂ ਰਹਿਣਾ ਇਸ ਕੰਪੀਟੀਸ਼ਨ ਦੇ ਵਿੱਚ, ਇਸ ਪ੍ਰਤੀਯੋਗਿਤਾ ਦੇ ਵਿੱਚ, ਅਤੇ ਮੈਂ ਆਪ ਜੀ ਨੂੰ ਅੱਗੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਬਸ ਇਹੋ ਹੀ ਚਾਹੁੰਦੇ ਹਾਂ ਅਸੀਂ, ਇਹੋ ਹੀ ਚਾਹੁੰਦੇ ਹਾਂ ਕਿ ਤੁਸੀਂ ਅੱਗੋਂ ਤਰੱਕੀ ਕਰੋ, ਖਿਆਲ ਰੱਖੋ ਔਰ ਅੱਛੀ ਤਰ੍ਹਾਂ ਮਿਹਨਤ ਕਰੋ, ਰਿਆਜ਼ ਕਰੋ, ਤੇ ਫਿਰ ਤੁਸੀਂ ਹੋ ਸਕਦਾ ਵਾਪਸ ਆ ਜਾਓ। ਮੈਂ ਆਪਣੇ ਜੱਜ ਸਾਹਿਬਾਨ ਨੂੰ ਇਹ ਕਹਿਣਾ ਚਾਹਾਂਗੀ, ਰਿਜ਼ਲਟ ਤੇ ਥੋੜ੍ਹਾ ਸਸਪੈਂਸ ਬਣਦਾ ਜਾ ਰਿਹਾ। ਤੁਸੀਂ ਦੱਸਿਆ ਕਿ ਸਾਡੇ ਸਿੰਘ ਵੀਰਾਂ ਵਿਚਕਾਰੋਂ ਕਿਹੜੇ ਕਮਜ਼ੋਰ ਕੰਟੈਸਟੈਂਟ ਰਹੇ। ਮੈਂ ਚਾਹਾਂਗੀ ਸਾਡੀਆਂ ਭੈਣਾਂ ਦੇ ਬਾਰੇ ਵੀ ਦੱਸੋ। ਤੁਸੀਂ ਇਹਨਾਂ ਵਿੱਚੋਂ ਕਿਹੜੀਆਂ ਭੈਣਾਂ ਦੀ ਅੱਜ ਦੀ ਗਾਇਕੀ, ਅੱਜ ਦੀ ਪਰਫਾਰਮੈਂਸ ਵਿੱਚ ਤੁਹਾਨੂੰ ਕਮੀ ਪੇਸ਼ੀ ਨਜ਼ਰ ਆਈ ਹੈ? ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੀ ਸੋਢੀ ਸਾਹਿਬ ਕੋਲੋਂ। ਰਸ਼ਮੀਤ ਕੌਰ ਜੀ ਨੂੰ ਤੁਸੀਂ ਬੁਲਾਉਣਾ। ਰਸ਼ਮੀਤ ਕੌਰ ਜੀ। ਰਸ਼ਮੀਤ ਕੌਰ ਜੀ, ਤੁਸੀਂ ਇੱਥੇ ਆ ਜਾਓ ਮੇਰੇ। ਰਸ਼ਮੀਤ ਜੀ। ਸੋਢੀ ਸਾਹਿਬ। ਰਸ਼ਮੀਤ ਕੌਰ ਜੀ, ਬਹੁਤ ਭੁੱਲਾਂ ਹੋਈਆਂ ਗਾਇਕੀ 'ਚ। ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ MH1 ਨੇ ਸਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ, ਸਾਨੂੰ ਵੀ ਉਹਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਅੰਤਰੇ ਵਿੱਚ ਵੀ ਤੁਸੀਂ ਵਿਸਰੇ ਹੋਏ, ਆਲਾਪ ਲਾਇਆ ਤੁਸੀਂ ਤਾਂ ਵੀ ਵਿਸਰੇ ਹੋਏ। ਸਾਰੇ ਗਾਣੇ ਵਿੱਚ ਸੁਰ ਤੁਹਾਡੀ ਟਿਕੀ ਨਹੀਂ। ਤੁਹਾਨੂੰ ਸੁਰ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਸੀ। ਸਾਨੂੰ ਮਹਿਸੂਸ ਹੋਇਆ ਵੀ ਤੁਸੀਂ ਜਿੰਨੀ ਮਿਹਨਤ ਤੁਹਾਨੂੰ ਕਰਨੀ ਚਾਹੀਦੀ ਸੀ ਉਨੀ ਤੁਸੀਂ ਕੀਤੀ ਨਹੀਂ। ਮੈਂ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਮੈਂ ਗੁਜ਼ਾਰਿਸ਼ ਕਰਾਂਗਾ ਬੀਬਾ ਮਨਮੀਤ ਕੌਰ ਸਾਡੇ ਸਾਹਮਣੇ ਆਉਣ। ਮਨਮੀਤ ਕੌਰ ਜੀ, ਸਾਨੂੰ ਪਤਾ ਚੱਲ ਰਿਹਾ ਨਹੀਂ ਸਾਡੇ ਕਿਹੜੇ ਕੰਟੈਸਟੈਂਟਸ ਡੇਂਜਰ ਜ਼ੋਨ ਦੇ ਵਿੱਚ ਹੈਗੇ ਨੇ। ਮਨਮੀਤ ਜੀ, ਤੁਸੀਂ ਮਹਿਸੂਸ ਨਹੀਂ ਕਰਨਾ, ਤੁਸੀਂ ਖੁਦ ਵੀ ਅੱਜ ਕਬੂਲ ਕੀਤਾ ਸੀ ਕਿ ਮੈਂ ਉਹਨਾਂ ਅੱਛਾ ਨਹੀਂ ਕੀਰਤਨ ਗਾਇਨ ਕਰ ਸਕੀ ਜਿਵੇਂ ਚਾਹੁੰਦੀ ਸਾਂ। ਹਾਂਜੀ ਬਿਲਕੁਲ। ਕਿਉਂਕਿ ਕਿਸੇ ਨੇ ਤੇ ਬਾਹਰ ਜਾਣਾ ਹੀ ਹੈ, ਸਾਰੇ ਤੇ ਰਹਿ ਨਹੀਂ ਸਕਦੇ। ਆਖਰਕਾਰ ਇਹ ਕਾਫੀ ਸਖਤ ਮੁਕਾਬਲਾ ਹੈ ਅਤੇ ਨਾ ਇਨਸਾਫੀ ਅਸੀਂ ਕਰਾਂਗੇ ਨਹੀਂ। ਅਤੇ ਤੁਹਾਨੂੰ ਚੁਕੰਨੇ ਹੋਣ ਦੀ ਲੋੜ ਹੈ। ਅੱਜ ਤੁਹਾਡੇ ਤੇ ਵੀ ਖਤਰਾ ਮੰਡਰਾਉਂਦਾ ਹੈ। ਜਿਸ ਤਰੀਕੇ ਦੀ ਤੁਹਾਡੇ ਤੋਂ ਉਮੀਦ ਸੀ ਉਹ ਪੂਰੀ ਨਹੀਂ ਹੋਈ। ਮੈਂ ਨਰੂਲਾ ਸਾਹਿਬ ਜੀ ਕੋਲੋਂ ਪੁੱਛਣਾ ਚਾਹਾਂਗੀ। ਨਰੂਲਾ ਸਾਹਿਬ ਦੀ ਕੇਸ, ਨਰੂਲਾ ਜੀ ਦੀ ਕੀ ਮਰਜ਼ੀ ਹੈ? ਬੀਬੀਆਂ ਦੇ ਬਾਰੇ, ਭੈਣਾਂ ਦੇ ਬਾਰੇ ਕੀ ਖਿਆਲਾਤ ਨੇ? ਮੈਂ ਪੁਨੀਤ ਕੌਰ ਨੂੰ ਬੁਲਾਉਣਾ ਚਾਹਾਂਗਾ। ਪੁਨੀਤ ਕੌਰ ਤੇ ਵੀ ਖਤਰਾ ਮੰਡਰਾ ਰਿਹਾ ਹੈ। ਹਾਂ, ਬਿਲਕੁਲ ਮੰਡਲਾ ਰਿਹਾ ਹੈ। ਤੇ ਹੁਣ ਮੈਂ ਪੁਨੀਤ ਕੌਰ ਜੀ ਨੂੰ ਪੁੱਛਣਾ ਚਾਹਾਂਗਾ ਕਿ ਉਹਨਾਂ ਦਾ ਕੀ ਵਿਚਾਰ ਹੈ, ਹੁਣ ਅੱਗੋਂ ਕੀ ਸੋਚ ਰਹੇ ਕਿ ਕੀ ਕਰਨਾ ਚਾਹੀਦਾ ਤੁਹਾਨੂੰ? ਸਰ, ਬਹੁਤ ਸਾਰੀਆਂ ਕਮੀਆਂ ਦੂਰ ਕਰਨੀਆਂ ਨੇ ਤੇ ਬਹੁਤ ਸਾਰਾ ਰਿਆਜ਼ ਕਰਨਾ ਹੈ। ਠੀਕ ਹੈ, ਬਸ ਇੰਨਾ ਹੀ ਠੀਕ ਹੈ। ਇਹ ਸੋਚ ਲਿਆ, ਵਿਚਾਰ ਕਰ ਲਿਆ ਕਿ ਰਿਆਜ਼ ਕਰਨਾ ਹੈ। ਚਲੋ, ਬੜੀ ਅੱਛੀ ਗੱਲ ਹੈ। ਇਹ ਹੁਣ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਕੋਈ ਵੀ ਨਾ ਜਾਏ, ਸਾਰੇ ਰਿਆਜ਼ ਕਰੋ ਤੇ ਸਾਰੇ ਹੀ ਆ ਜਾਓ। ਤੇ ਸੋਢੀ ਸਾਹਿਬ, ਜਿਸ ਤਰ੍ਹਾਂ ਕਿ ਪ੍ਰੋਗਰਾਮ ਦਾ ਫਾਰਮੈਟ ਹੈ, ਕਿਉਂਕਿ ਅਸੀਂ 2 ਜੇਤੂ ਲੱਭਣੇ ਨੇ ਤੇ ਹੌਲੀ ਹੌਲੀ ਇਹ ਨੰਬਰਸ, ਜੋ ਨੰਬਰ ਆਫ ਕੰਟੈਸਟੈਂਟਸ ਅਸੀਂ ਘਟਾਣੇ ਨੇ ਤੇ ਇਹਨਾਂ ਦੀ ਪਰਫਾਰਮੈਂਸ, ਇਹਨਾਂ ਦੀ ਪਰਖ ਬੜੀ ਨਜ਼ਦੀਕੀ, ਬੜੀ ਬਰੀਕੀ ਨਾਲ ਕਰਨੀ ਹੈ। ਤੇ ਇਹਨਾਂ ਵਿੱਚੋਂ ਕੌਣ ਇੱਕ ਹੋਣਗੇ ਜੋ ਬਾਹਰ ਹੋਣਗੇ ਮੁਕਾਬਲੇ ਤੋਂ? ਸਾਨੂੰ ਉਹ ਵੀ ਛੇਤੀ ਨਾਲ ਦੱਸ ਦਿਓ। ਜਿਹੜਾ ਸਾਡਾ ਸਮੂਹ ਦਾ ਫੈਸਲਾ ਹੈ ਉਹ ਮੈਂ ਦੱਸਾਂ ਵੀ ਪਰਮਿੰਦਰ ਸਿੰਘ ਤੁਹਾਨੂੰ ਜਾਣਾ ਪੈਣਾ, ਪਰ ਤੁਸੀਂ ਰਹੋਗੇ। ਉਹ ਕਿਸ ਕਰਕੇ ਕਿ ਬਲਪ੍ਰੀਤ ਸਿੰਘ ਹੁਣੀ ਨਹੀਂ ਆਏ। ਉਹ ਬਹੁਤ ਅੱਛਾ ਗਾਉਂਦੇ ਸੀ, ਜੇ ਉਹ ਆਉਂਦੇ ਪਰ ਤੁਹਾਨੂੰ ਜਾਣਾ ਪੈਣਾ ਸੀ। ਉਹ ਨਹੀਂ ਆਏ, ਅਸੀਂ ਤੁਹਾਨੂੰ ਰੱਖ ਰਹੇ ਹਾਂ ਇਹ ਵਾਅਦਾ ਲੈ ਕੇ ਵੀ ਅਗਲੇ ਰਾਊਂਡ ਵਿੱਚ ਤੁਸੀਂ ਇਸ ਤੋਂ ਅੱਛਾ ਗਾਓਗੇ, ਇਹ ਆਸ ਰੱਖਦੇ ਹੋਏ। ਤੇ ਯਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਅੱਜ ਸਾਡੇ ਸਿੰਘ ਵੀਰਾਂ ਵਿਚਕਾਰੋਂ ਕਿਸੇ ਨੇ ਬਾਹਰ ਨਹੀਂ ਜਾਣਾ, ਇੱਕ ਮੌਕਾ ਦੇ ਰਹੇ, ਇੱਕ ਮੌਕਾ ਮਿਲ ਗਿਆ ਇਹਨਾਂ ਨੂੰ। ਬਹੁਤ ਵਧੀਆ ਜੀ, ਆਲ ਦ ਬੈਸਟ ਟੂ ਯੂ। ਸਾਰਿਆਂ ਲਈ ਖੁਸ਼ੀ ਦੀ ਗੱਲ ਹੈ, ਇਹ ਮੌਕਾ ਮਿਲਿਆ ਜੋ ਤੁਹਾਨੂੰ ਇੱਕ ਚਾਂਸ ਮਿਲਿਆ ਤਾਂ ਤੁਸੀਂ ਚੰਗੀ ਤਰ੍ਹਾਂ ਫਾਇਦਾ ਚੁੱਕਣਾ ਹੈ। ਠੀਕ ਹੈ ਜੀ, ਆਲ ਦ ਬੈਸਟ ਟੂ ਯੂ ਜੀ। ਮੈਂ ਚਾਹਾਂਗੀ ਸਾਡੇ ਸਿੰਘ ਵੀਰ ਬਹਿ ਜਾਣ ਇੱਥੋਂ ਦੀ।
ਇਹ ਤੇ ਗੱਲ ਹੋ ਗਈ ਸਾਡੇ ਵੀਰਾਂ ਦੀ। ਮੈਂ ਚਾਹਾਂਗੀ ਕਿ ਹੁਣ ਸਾਡੀ ਭੈਣਾਂ ਦੇ ਬਾਰੇ ਵੀ ਫੈਸਲਾ, ਕਿਉਂਕਿ ਸਾਰੇ ਬੜੇ ਉਤਸੁਕ ਨੇ ਇਸ ਰਿਜ਼ਲਟ ਨੂੰ ਜਾਣਨ ਦੇ ਲਈ, ਤੇ ਸਾਡੀ ਭੈਣਾਂ ਦੇ ਲਈ ਕੀ ਤੁਸੀਂ ਫੈਸਲਾ ਤਿਆਰ ਕੀਤਾ ਹੈ? 3 ਭੈਣਾਂ, ਤੁਸੀਂ ਕਿਹਾ ਕਿ ਅੱਜ ਇਹਨਾਂ ਦੀ ਪਰਫਾਰਮੈਂਸ ਥੋੜੀ ਮਾੜੀ ਰਹੀ ਹੈ, ਕੀ ਫੈਸਲਾ ਹੈ? ਮੈਂ ਗੁਜ਼ਾਰਿਸ਼ ਕਰਾਂਗਾ ਸਾਡੀ ਛੋਟੀ ਜਨਾਨੀ ਬੱਚੀ ਹਰਮਨ ਕੌਰ ਨੂੰ ਉਹ ਸਾਹਮਣੇ ਆਵੇ। ਹਰਮਨ ਕੌਰ ਜੀ ਵੀ, ਹਰਮਨ ਕੌਰ ਜੀ ਤੇ ਵੀ ਖਤਰਾ ਮੰਡਰਾਉਂਦਾ ਪਿਆ ਹੈ। ਹਾਂ, ਇਹਨਾਂ 4 ਬੱਚੀਆਂ ਦੇ 3 ਬੱਚੀਆਂ ਦੇ ਨਾਲ ਇਸ ਬੱਚੀ ਤੇ ਵੀ ਖਤਰਾ ਮੰਡਰਾ ਰਿਹਾ ਹੈ ਔਰ ਪੂਰਾ ਖਤਰਾ ਹੈ। ਹੁਣ ਰਿਜ਼ਲਟਸ ਅੰਦਾਜ਼ ਦਿਓ ਛੇਤੀ ਨਾਲ। ਤੇ ਮੈਂ ਸਮਝਦਾ ਜਿਹੜੀ 4 ਬੱਚੀਆਂ ਹੈ ਇਹਨਾਂ ਵਿੱਚੋਂ ਕਿਸੇ ਨੂੰ ਤਾਂ ਜਾਣਾ ਹੀ ਪਏਗਾ, ਤੇ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ, ਨਾ ਅਸੀਂ ਕੋਈ ਨਾਇਨਸਾਫੀ ਕਰਾਂਗੇ। ਜੋ ਅਸਲੀਅਤ ਹੈ ਉਹ ਹੀ ਸਾਹਮਣੇ ਆਉਣ ਵਾਲੀ ਹੈ, ਤੇ ਇਹਦੇ ਲਈ ਮੈਂ ਗੁਜ਼ਾਰਿਸ਼ ਕਰਾਂਗਾ ਸੋਢੀ ਸਾਹਿਬ ਨੂੰ। ਔਖਾ ਕੰਮ ਸੋਢੀ ਸਾਹਿਬ ਕਰਨਗੇ, ਬਹੁਤ ਔਖਾ ਕੰਮ ਬਣਾਇਆ ਸਾਰਿਆਂ ਰਲ ਮਿਲ ਕੇ ਹੀ ਹੈ। ਹਾਂਜੀ, ਪਰ ਮੈਨੂੰ ਇਹਨਾਂ ਨੇ ਔਖਾ ਕੰਮ ਸੌਖਿਆ। ਸਾਰਿਆਂ ਦੀ ਰਾਏ ਸਾਡੀ, ਮੇਰਾ ਇਕੱਲੇ ਦਾ ਨਹੀਂ ਜੀ। ਬਈ ਹਰਮਨ ਕੌਰ ਤੁਹਾਨੂੰ ਜਾਣਾ ਪੈਣਾ, ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਤੋਂ ਹੀ ਨਿਮੀ ਸਿੰਘ ਨੇ ਜਿਵੇਂ ਦੱਸਿਆ ਵੀ ਅਸੀਂ ਤੁਹਾਨੂੰ ਰੱਖਿਆ ਹੀ ਇਸ ਕਰਕੇ ਸੀ ਵੀ ਅਸੀਂ ਸਿੱਖ ਸੰਗਤਾਂ ਦੇਖ ਸਕਣ ਵੀ ਛੋਟੀ ਜਿਹੀ ਬੱਚੀ ਕਿਵੇਂ ਕੀਰਤਨ ਕਰਦੀ ਹੈ। ਬਿਲਕੁਲ। ਹੁਣ ਜਿੱਥੇ ਮੁਕਾਬਲੇ ਦੀ ਕੰਪੀਟੀਸ਼ਨ ਦੀ ਗੱਲ ਆਉਂਦੀ ਹੈ, ਉਹ ਲੁਪੀ ਛੁਪੀ ਗੱਲ ਨਹੀਂ ਹੈ, ਸਾਰੀਆਂ ਸੰਗਤਾਂ ਨੇ ਦੇਖਿਆ ਆ। ਉਹ ਹੋਰ ਵੀ ਮੇਰੀਆਂ ਭੈਣਾਂ ਜਿਹਨਾਂ ਉਹਨਾਂ ਨੇ ਬਹੁਤ ਅੱਛਾ ਗਾਇਆ ਹੈ ਜੀ। ਹਾਂਜੀ ਬੇਟੀ ਜੀ, ਤੁਸੀਂ ਮਹਿਸੂਸ ਨਹੀਂ ਕਰਨਾ ਤੇਰੀ ਅਜੇ ਬੜੀ ਛੋਟੀ ਉਮਰ ਤੂੰ ਬੜੀਆਂ ਪਲਾਂਘਾਂ ਪੁੱਟਣੀਆਂ, ਤੇ ਬਾਕੀ 3 ਬੇਟੀਆਂ ਖਲੋਤੀਆਂ, ਤੁਹਾਨੂੰ ਅੱਜ ਨਹੀਂ ਜਾਣਾ ਪਵੇਗਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੂੰ ਨਹੀਂ ਜਾਣਾ ਪਵੇਗਾ, ਲੇਕਿਨ ਤੁਸੀਂ ਸਾਡੇ ਜੱਜਿਸ ਦੀ ਜਿੰਨੇ ਵੀ ਉਹਨਾਂ ਨੇ ਹਿਦਾਇਤਾਂ ਤੁਹਾਨੂੰ ਦਿੱਤੀਆਂ ਨੇ, ਜਿੰਨੇ ਟਿਪਸ ਤੁਹਾਨੂੰ ਮਿਲੇ ਨੇ, ਤੁਸੀਂ ਇਹ 'ਤੇ ਵਰਕ ਕਰਨਾ ਹੈ। ਤੇ ਨਾਲੇ ਮੈਂ ਹਰਮਨ ਨੂੰ ਇਹੀ ਕਹਾਂਗੀ, ਸ਼ੀ ਇਜ਼ ਸਮਾਈਲਿੰਗ, ਸ਼ੀ ਇਜ਼ ਨਾਟ ਕ੍ਰਾਈਂਗ, ਸੋ ਆਈ ਐਮ ਹੈਪੀ। ਲੇਕਿਨ ਜਿਸ ਤਰ੍ਹਾਂ ਕਿ ਖਾਲਸਾ ਸਾਹਿਬ ਨੇ ਕਿਹਾ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੇ ਕਿਹਾ, ਤੁਸੀਂ ਬੜੀ ਹਲੇ ਅੱਗੇ ਜਾਣਾ ਹੈ ਤੇ ਹੋਰ ਤਿਆਰੀ ਕਰਨੀ ਹੈ। ਪਲੋ ਪਲੋ ਰੇ ਕੀਰਤਨੀਆ ਪ੍ਰੋਗਰਾਮ ਹੈ ਤੇ ਪਹਿਲਾ ਉਪਰਾਲਾ ਹੈ, ਹਲੇ ਉਪਰਾਲਾ ਹੋਇਆ। ਐਸੇ ਕਈ ਮੌਕੇ ਮਿਲਣਗੇ, ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਹੈ ਇਹਦੇ ਲਈ, ਠੀਕ ਹੈ? ਸੋਢੀ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਔਰ ਅਸੀਂ ਤੁਹਾਨੂੰ ਦੁਬਾਰਾ ਫਿਰ ਬੁਲਾਣਾ ਹੈ, ਐਸਾ ਨਹੀਂ। ਮਿਹਨਤ ਕਰੋ, ਦੁਬਾਰਾ ਆਓ। ਤੇ ਕਿਸੇ ਨੇ ਜਾਣਾ, ਕਿਸੇ ਨੇ ਰਹਿਣਾ, ਉਹ ਵੱਖਰੀ ਗੱਲ ਹੈ। ਇਹ ਸਾਰੀਆਂ ਭੈਣਾਂ, ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਕੀਰਤਨ ਨਹੀਂ ਛੱਡਣਾ। ਬਿਲਕੁਲ। ਸਾਡੇ ਭਲੋ ਭਲੋ ਰੇ ਕੀਰਤਨੀਆਂ ਦੀ ਇਹ ਦੇਣ ਬਣ ਜਾਏ, ਸਾਰੇ ਸਿੱਖ ਪੰਥ ਨੂੰ ਤੁਸੀਂ ਰੱਜ ਰੱਜ ਕੇ ਕੀਰਤਨ ਸੁਣਾਓ, ਇਹ ਅਸੀਂ ਤੁਹਾਡੇ ਕੋਲ ਵਾਅਦਾ ਵੀ ਲੈਣਾ ਹੈ। ਹਾਂ, ਸਾਰਿਆਂ ਦਾ ਬਹੁਤ ਧੰਨਵਾਦ। ਕੀਰਤਨ ਨਹੀਂ ਛੱਡਣਾ, ਕੀਰਤਨ ਰੱਜ ਰੱਜ ਕੇ ਕਰਨਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਕੀਰਤਨ ਕੀਤਾ ਤੇ ਕੀਰਤਨ ਦੀਆਂ ਲਾਹੀ ਧੁਨਾਂ ਲਾ ਕੇ ਹਿਰਦੇ ਠੰਡੇ ਕੀਤੇ ਨੇ। ਇਹ ਤੁਸੀਂ ਬਚਨ ਪੱਲੇ ਬੰਨਣੇ ਨੇ ਸਾਡੇ। ਬਿਲਕੁਲ ਜੀ, ਬਹੁਤ ਵਧੀਆ ਜੀ। ਆਲ ਦ ਬੈਸਟ ਟੂ ਆਲ ਦੀ ਕੰਟੈਸਟੈਂਟਸ ਜੋ ਰਹਿ ਗਏ ਨੇ, ਐਂਡ ਵਿਸ਼ ਯੂ ਆਲ ਦ ਬੈਸਟ। ਹਰਮਨ, ਤੁਸੀਂ ਬਹੁਤ ਅੱਛਾ ਕੀਰਤਨ ਕਰਦੇ ਹੋ, ਕੀਪ ਸਮਾਈਲਿੰਗ, ਐਂਡ ਇਸ ਤੋਂ ਵੀ ਅੱਛਾ ਕੀਰਤਨ ਕਰਕੇ ਇੱਥੇ ਆਓ, ਹੋਰ ਅੱਗੇ ਵਧੋ। ਆਲ ਦ ਬੈਸਟ ਟੂ ਯੂ ਆਲ। ਮੈਂ ਚਾਹਾਂਗੀ ਸਾਰੇ ਆਪਣੇ ਸਥਾਨ ਲੈ ਲੈਣ ਜੀ। ਸਾਡੇ ਵਿੱਚ ਬੜੀ ਇਹ ਪ੍ਰਸੰਨਤਾ ਦੀ ਗੱਲ ਹੈ ਕਿ ਸਾਡੇ ਵਿੱਚ ਕੌਮ ਦੀ ਮਾਇਆਨਾਜ਼ ਹਸਤੀ ਸਨਮਾਨਯੋਗ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬਾਨ ਸੱਚਖੰਡ ਸ੍ਰੀ ਮੰਦਰ ਸਾਹਿਬ ਜੀ ਆਏ ਨੇ। ਕੱਲ੍ਹ ਤੋਂ ਉਹਨਾਂ ਨੇ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ ਔਰ ਬਾਣੀ ਦੀ ਸ਼ੁੱਧਤਾ ਬਾਰੇ ਉਹਨਾਂ ਨੇ ਨਿਰਣਾ ਲੈਣਾ ਹੈ, ਤਾਂ ਕਿ ਅਸੀਂ ਪੂਰੇ ਪੰਥ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵਿੱਚ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਵੀ ਨੇ ਔਰ ਕਿਸੇ ਨਾਲ ਵੀ ਕੋਈ ਫਰਕ ਨਹੀਂ ਹੋਏਗਾ। ਸੋ ਤੁਹਾਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ। ਜੀ ਬਿਲਕੁਲ। ਤੁਸੀਂ ਸਾਰਿਆਂ ਨੇ ਸੱਚੀ ਬਾਣੀ ਦਾ ਗਾਇਨ ਕਰਨਾ ਹੈ ਔਰ ਇਹਦੇ ਵਿੱਚ ਸਾਰਿਆਂ ਦਾ ਤੁਹਾਡਾ ਯੋਗਦਾਨ ਪੈਣਾ ਹੈ। ਤੁਹਾਡੇ ਵਿੱਚੋਂ ਕਿੰਨੇ ਹੀ ਮੋਤੀ ਹੀਰੇ ਇਹ ਨਿਕਲਣੇ ਨੇ, ਇਹ ਥੋੜ੍ਹੇ ਦਿਨ ਤੱਕ ਪਤਾ ਲੱਗ ਜਾਏਗਾ। ਤੇ ਦਰਸ਼ਕੋ, ਇਹ ਸੀਗਾ ਅੱਜ ਦਾ ਰਿਜ਼ਲਟ ਐਪੀਸੋਡ। ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਸਾਡੇ ਆਉਣ ਵਾਲੇ ਐਪੀਸੋਡ ਦੇ ਵਿੱਚ, ਜਿਹਦੇ ਵਿੱਚ ਫਿਰ ਮੁਕਾਬਲਾ ਹੋਏਗਾ ਸਾਡੇ ਇਹਨਾਂ ਸੈਮੀਫਾਈਨਲਿਸਟ ਦੇ ਵਿੱਚ। ਲੇਕਿਨ ਜਾਂਦੇ ਜਾਂਦੇ ਸਾਡੇ ਜੱਜ ਸਾਹਿਬਾਨ ਵਿੱਚੋਂ ਸੋਢੀ ਸਾਹਿਬ ਕੁਝ ਕਹਿਣਾ ਚਾਹਣਗੇ। ਮੈਂ ਗੁਜ਼ਾਰਿਸ਼ ਕਰਾਂਗੀ ਸਾਡੇ ਨਾਲ ਸਾਂਝੀ ਕਰਨ ਉਹ ਗੱਲ। ਨਿਮੀ ਜੀ, ਬਹੁਤ ਖੁਸ਼ੀ ਦੀ ਗੱਲ ਹੈ, ਅੱਜ ਇੱਕ ਮੈਂ ਬਹੁਤ ਮਹਾਨ ਸ਼ਖਸੀਅਤ ਪੇਸ਼ ਕਰ ਰਿਹਾ ਹਾਂ। ਸਾਡਾ ਇਹ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਸਾਰਾ ਪੰਥ ਬੈਠਾ ਦੇਖ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਅਮਰੀਕਾ ਤੋਂ ਸਰਦਾਰ ਗੁਰਚਰਨ ਸਿੰਘ ਜੀ ਰੱਕੜ ਅੱਜ ਸਾਡੇ ਵਿੱਚ ਆਏ ਨੇ। ਕੀ ਬਾਤ ਹੈ। ਉਹਨਾਂ ਦੀ ਖਾਸੀਅਤ ਮੈਂ ਦੱਸ ਦੇਵਾਂ, ਕੀਰਤਨੀਆਂ ਨਾਲ ਬਹੁਤ ਪਿਆਰ ਕਰਦੇ ਨੇ। ਗੁਰਦੁਆਰਾ ਆਨੰਦਗੜ੍ਹ ਸਾਹਿਬ ਕੈਲੀਫੋਰਨੀਆ ਦੇ ਪ੍ਰਧਾਨ ਨੇ ਔਰ ਇੱਕ ਸਫਲ ਕਿਸਾਨ ਨੇ ਉੱਥੇ ਦੇ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ
ਵੀ ਤੁਸੀਂ ਕੋਈ ਜੋ ਕੀਰਤਨੀਏ ਨੇ ਉਹਨਾਂ ਨੂੰ ਅਸੀਸ ਦਿਓ। ਅੱਜ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਤੇ ਉਹਨਾਂ ਨੇ ਆਖਿਆ ਹੈ ਵੀ ਜਿਹੜਾ ਮੇਰੀ ਭੈਣ ਮੇਰਾ ਵੀਰ ਜਿੱਤੇਗਾ ਆਪਣੇ ਖਰਚੇ ਤੇ ਉਹਨਾਂ ਨੂੰ ਅਮਰੀਕਾ ਲੈ ਕੇ ਜਾਣਗੇ। ਕੀ ਬਾਤ ਹੈ, ਬਹੁਤ ਤੇ ਖੁਸ਼ੀ ਮੈਂ ਵੀ ਕੁਝ ਆਖ ਦੇਵਾਂ ਕਿ ਉਹ ਮੇਰਾ ਵੀ ਫਰਜ਼ ਬਣਦਾ। ਜੀ। ਜਿਹੜਾ ਵੀ ਮੇਰੀ ਭੈਣ ਮੇਰਾ ਵੀਰ ਜਿੱਤੇਗਾ 51-51 ਰੁਪਈਆ ਮੈਂ ਆਪਣੇ ਵੱਲੋਂ ਵੀ ਉਹਨਾਂ ਨੂੰ ਦੇਵਾਂਗਾ। ਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਾਂਗਾ ਕਿ ਸਰਦਾਰ ਗੁਰਚਰਨ ਸਿੰਘ ਰੱਕੜ ਉਹਨਾਂ ਨੂੰ ਸੰਗਤਾਂ ਸਾਹਮਣੇ ਪੇਸ਼ ਕਰੋ। ਮੈਂ ਸੱਦਾ ਦੇਣਾ ਚਾਹਾਂਗੀ USA ਤੋਂ ਆਏ ਸਾਡੇ ਸਿੰਘ ਵੀਰ ਸਰਦਾਰ ਗੁਰਚਰਨ ਸਿੰਘ ਰੱਕੜ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਇੰਨਾ ਵੱਡਾ ਤੁਸੀਂ ਉਪਰਾਲਾ ਕੀਤਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ। MH1 ਦੀ ਪੂਰੀ ਟੀਮ ਦੀ ਤਰਫ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਪੁੱਛਣਾ ਚਾਹਾਂਗੀ ਕੀ ਵਿਚਾਰ ਨੇ ਤੁਹਾਡੇ ਸਾਡੇ ਇਹਨਾਂ ਨੌਜਵਾਨ ਕੀਰਤਨੀਆਂ ਦੇ ਬਾਰੇ, ਇਸ ਪ੍ਰੋਗਰਾਮ ਦੇ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ MH1 ਔਰ ਮੇਰੇ ਕੀਰਤਨੀ ਵੀਰ ਜਿੰਨੇ ਵੀ ਇਹ ਪ੍ਰੋਗਰਾਮ ਕਰਾ ਰਹੇ ਹਨ, ਇਹ ਸਿੱਖ ਕੌਮ ਲਈ ਬਹੁਤ ਹੀ ਵਧੀਆ ਹਨ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ ਕੀਰਤਨ ਨਾਲ ਜੁੜ ਸਕਣ ਔਰ ਸਿੱਖ ਸੰਗਤਾਂ ਦੀ ਸੇਵਾ ਕਰ ਸਕਣ। ਇਹ MH1 ਦਾ ਜੋ ਪ੍ਰੋਗਰਾਮ ਹੈ, ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠ ਕੇ, ਜਿੱਥੇ ਤੁਸੀਂ ਇੱਥੇ ਦੇਖਦੇ ਹੋ ਸੁਣਦੇ ਹੋ, ਅਸੀਂ ਅਮਰੀਕਾ ਵਿੱਚ ਬੈਠ ਕੇ ਵੀ ਉਨਾ ਹੀ ਆਨੰਦ ਮਾਣਦੇ ਹਾਂ ਜਿੰਨਾ ਤੁਸੀਂ ਹਿੰਦੁਸਤਾਨ ਵਿੱਚ ਬੈਠ ਕੇ ਆਨੰਦ ਲੈਂਦੇ ਹੋ। ਮੈਂ ਗੁਰੂ ਸਾਹਿਬਾਨ ਦੇ ਚਰਨਾਂ 'ਚ ਇਹੀ ਅਰਦਾਸ ਕਰਾਂਗਾ, ਸੱਚੇ ਪਾਤਸ਼ਾਹ ਇਹੋ ਜਿਹੇ ਸਾਡੇ ਵੀਰ ਕੀਰਤਨੀਏ ਜਿਵੇਂ ਭਾਈ ਦਵਿੰਦਰ ਸਿੰਘ ਜੀ ਸੋਢੀ, ਨਿਰਮਲ ਸਿੰਘ ਜੀ ਖਾਲਸਾ, ਜੋ ਹਮੇਸ਼ਾ ਅਮਰੀਕਾ ਵਿੱਚ ਜਾਂਦੇ ਹਨ ਔਰ ਸਿੱਖ ਕੌਮ ਦੀ ਸੇਵਾ ਕਰਦੇ ਹਨ, ਔਰ ਹੋਰ ਜੋ ਮੇਰੇ ਬੱਚੇ ਹਨ, ਛੋਟੇ ਬੱਚੇ ਹਨ ਜੋ ਕੀਰਤਨ ਸਿੱਖ ਰਹੇ ਹਨ, ਉਹ ਇਹਨਾਂ ਦੀ ਤਰ੍ਹਾਂ ਹੀ ਸਿੱਖ ਕੌਮ ਦੀ ਸੇਵਾ ਕਰਨ। ਇਹ ਦਾਸ ਦੀ ਗੁਰੂ ਚਰਨਾਂ 'ਚ ਬੇਨਤੀ ਅਰਦਾਸ ਹੈ ਜੀ। ਬਾਤ ਹੈ, ਬਹੁਤ ਖੂਬ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸ਼ੁਕਰੀਆ ਅਦਾ ਕਰਨਾ ਚਾਹਾਂਗੀ ਪੂਰੇ ਚੈਨਲ ਦੀ ਟੀਮ ਦੀ ਤਰਫ ਤੋਂ ਔਰ ਇਹਨਾਂ ਬੱਚਿਆਂ ਦੀ ਤਰਫ ਤੋਂ ਵੀ, ਜੋ 2 ਜੇਤੂ ਹੋਣਗੇ ਉਹ ਜਾਣਗੇ ਤੁਹਾਡੇ ਸਦਕੇ, ਜਿਨ੍ਹਾਂ ਨੂੰ ਤੁਸੀਂ US ਲੈ ਕੇ ਜਾਓਗੇ। ਬਹੁਤ ਬਹੁਤ ਸ਼ੁਕਰੀਆ ਇੰਨੇ ਵੱਡੇ ਜੋ ਵੀ ਉਪਰਾਲੇ ਦਾ। ਬੱਚੇ ਫਸਟ ਆਉਣਗੇ, ਅਸੀਂ ਦਾਸ ਉਹਨਾਂ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਖਰਚੇ ਤੇ ਕੀਰਤਨ ਦੇ ਲਈ ਉਹਨਾਂ ਨੂੰ ਜ਼ਰੂਰ ਸੱਦਾ ਪੱਤਰ ਭੇਜਾਂਗੇ, ਤਾਂ ਕਿ ਉਹ ਆ ਕੇ ਉਧਰ ਬਾਹਰ ਬੱਚਿਆਂ ਨੂੰ ਵੀ ਇਸ ਪਾਸੇ ਲਾ ਸਕਣ, ਤਾਂ ਕਿ ਜੋ ਬਾਹਰ ਦੇ ਫੋਰਨ ਦਾ ਵੈਸਟ ਸਾਈਡ ਦੇ ਬੱਚੇ ਹਨ ਉਹ ਵੀ ਗੁਰੂ ਦੇ ਚਰਨਾਂ ਨਾਲ ਜੁੜ ਸਕਦੇ ਹਨ, ਕੀਰਤਨ ਸਿੱਖ ਸਕਦੇ ਹਨ। ਇਹ ਦਾਸ ਦੀਆਂ ਬੇਨਤੀ ਹਨ। ਕੀ ਬਾਤ ਹੈ, ਇੱਕ ਵਾਰ ਮਿਲ ਕੇ ਫਤਿਹ ਦੀ ਸਾਂਝ ਬੁਲਾਉਂਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕੋ, ਇਹਦੇ ਨਾਲ ਹੀ ਇੱਥੇ ਮੁਕੰਮਲ ਹੁੰਦਾ ਹੈ ਸਾਡੇ ਸੈਮੀਫਾਈਨਲ ਰਾਊਂਡਸ ਦਾ ਪਹਿਲਾ ਰਿਜ਼ਲਟ ਐਪੀਸੋਡ ਦੇ ਵਿੱਚ ਇੱਕ ਖੁਸ਼ੀ ਦੀ ਗੱਲ, ਖੁਸ਼ਖਬਰੀ ਜਾਂ ਇੱਕ ਇੰਨਾ ਵੱਡਾ ਉਪਰਾਲਾ ਸਾਡੇ ਸਾਹਮਣੇ ਆਇਆ ਜੋ ਸਾਡੇ ਸਾਰੇ ਦਰਸ਼ਕਾਂ ਨੂੰ ਤੇ ਸਾਡੇ ਕੰਟੈਸਟੈਂਟ ਨੂੰ ਵੀ ਪਤਾ ਚੱਲਿਆ। ਅਗਲੇ ਐਪੀਸੋਡ ਦੇ ਵਿੱਚ ਫਿਰ ਮੁਕਾਬਲਾ ਹੋਏਗਾ ਸਾਡੇ ਇਹਨਾਂ ਹੀ ਬਾਕੀ ਦੇ ਬਚੇ ਹੋਏ ਸੈਮੀਫਾਈਨਲਿਸਟ ਦੇ ਵਿੱਚ, ਜੋ ਹੌਲੀ ਹੌਲੀ ਕਰਕੇ ਅੱਗੇ ਤੁਰਦੇ ਜਾਣਗੇ ਫਾਈਨਲਸ ਦੀ ਤਰਫ। ਅੱਗੇ ਮੁਕਾਬਲਾ ਹੋਏਗਾ ਸਖਤ। ਜਦ ਮੁਕਾਬਲਾ ਹੁੰਦਾ ਹੈ ਸਖਤ, ਸਾਨੂੰ ਆਉਂਦਾ ਹੈ ਕੀਰਤਨ ਦਾ ਬੜਾ ਵਧੀਆ ਆਨੰਦ। ਜੇਕਰ ਤੁਸੀਂ ਵੀ ਆਨੰਦ ਮਾਣਨਾ ਚਾਹੁੰਦੇ ਹੋ ਗੁਰਬਾਣੀ ਕੀਰਤਨ ਰਸ ਦਾ, ਤੇ ਤੁਸੀਂ ਵੇਖਣਾ ਨਾ ਭੁੱਲਣਾ ਸੈਮੀਫਾਈਨਲਸ ਦਾ ਅਗਲਾ ਐਪੀਸੋਡ, ਜਿਹਦੇ ਵਿੱਚ ਇੱਕ ਵਾਰ ਫਿਰ ਮੁਕਾਬਲਾ ਹੋਏਗਾ ਸਾਡੀ ਭੈਣਾਂ ਦੇ ਵਿਚਕਾਰ। ਉਦੋਂ ਤੱਕ ਲਈ ਫਤਿਹ ਪ੍ਰਵਾਨ ਕਰਦੇ ਹਾਂ ਜੀ। ਨਿਮੀ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।